ਨੀਚੇ ਇਸ ਕੋਠੀ ਤੇ ਰਹਿੰਦੇ ਨੇ ਭਾਜਪਾ ਦੇ ਸੀਨੀਅਰ ਲੀਡਰ ਫਤਿਹ ਜੰਗ ਸਿੰਘ ਬਾਜਵਾ ਤੇ ਉੱਪਰ ਰਹਿੰਦੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ। ਇਹ ਘਰ ਹੈਗਾ ਜਿੱਥੇ ਇਕੱਠੇ ਤੁਸੀਂ ਛੋਟੇ ਹੁੰਦੇ ਖੇਡਿਆ ਕਰਦੇ ਸੀਗੇ ਔਰ ਅੱਜ ਉਸੇ ਘਰ ਦੇ ਵਿੱਚੋਂ ਰਣਨੀਤੀਆਂ ਇੱਕ ਦੂਸਰੇ ਨੂੰ ਹਰਾਉਣ ਦੀਆਂ ਲੱਗੀਆਂ। ਛੋਟਾ ਭਰਾ ਤੇ ਸਾਰੀ ਉਮਰ ਵੱਡੇ ਨੂੰ ਬਿਲਡ ਕਰਦਾ ਕਰਦਾ ਅਸੀਂ ਰੈੱਡ ਕਾਰਪਟ ਵਿਛਾਉਂਦੇ ਰਹੇ, ਕਦੀ ਫਰਕ ਹੀ ਨਹੀਂ ਕੀਤਾ। ਮਹਿਸੂਸ ਹੋ ਰਿਹਾ ਕਿ ਬੀਜੇਪੀ 'ਚ ਜਾ ਕੇ ਤੁਸੀਂ ਵੀ ਗਲਤੀ ਕਰ ਦਿੱਤੀ, ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ, ਕਾਂਗਰਸੀ ਇਹ ਗੱਲ ਕਹਿ ਰਹੇ ਨੇ ਕਿ ਫਤਿਹ ਜੰਗ ਬਾਜਵਾ ਨੇ ਗਲਤੀ ਕੀਤੀ ਹੈਗੀ ਹੈ। ਜੇ ਫਤਿਹ ਜੰਗ ਬਾਜਵਾ 'ਚ ਕੋਈ ਹੁਨਰ ਹੋਏਗਾ, ਜੇ ਫਤਿਹ ਜੰਗ ਬਾਜਵਾ ਪੰਜਾਬ ਦੀ ਸੇਵਾ ਕਰਨਾ ਚਾਹੇਗਾ ਤੇ ਕੋਈ ਮਾਈ ਦਾ ਲਾਲ ਮੈਨੂੰ ਉਸ ਕੁਰਸੀ ਤੋਂ ਡੱਕ ਨਹੀਂ ਸਕਦਾ। ਇਹ ਜ਼ਰੂਰ ਸੋਚ ਉਹਨਾਂ ਨੇ ਆਪਣੇ ਤੱਕ ਹੀ ਰੱਖੀ ਵੀ ਮੇਰਾ ਕੀ ਫਾਇਦਾ ਹੁੰਦਾ ਹੈ, ਕੁਝ ਇਹ ਨਹੀਂ ਵੇਖੀ ਵੀ ਪਰਿਵਾਰ ਜਾਂ ਆਪਣੇ ਦੂਜਿਆਂ ਦਾ ਫਾਇਦਾ ਕਿੰਨਾ ਹੁੰਦਾ। ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀਗਾ, ਇੱਕ ਬੜੀ ਹਾਰਡ ਹਿਟਿੰਗ ਸਟੇਟਮੈਂਟ ਉਹਨਾਂ ਨੇ ਤੁਹਾਡੇ ਤੇ ਦਿੱਤੀ ਹੈ, ਸ਼ਾਇਦ ਚੁੱਪ ਵੀ ਸਕਦੀ ਹੈ। ਉਹ ਕਹਿੰਦੇ ਕਿ ਬੀਜੇਪੀ ਨੇ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ, ਕਹਿੰਦੇ ਗੰਦ ਇਕੱਠਾ ਕਰ ਰਹੀ ਹੈ ਕਾਂਗਰਸ ਦਾ। ਇਹ ਕਿੱਥੋਂ ਦਾ ਗੰਦ ਆਇਆ ਸੀ? ਅਕਾਲੀ ਦਲ ਦਾ। ਜਿਹੜੀ ਪਾਰਟੀ ਇੱਕ ਆਪਣੇ ਇਹਨਾਂ ਦੇ ਅਸੂਲ ਹੀ ਕੋਈ ਨਹੀਂ, ਇੱਕ ਪਾਰਟੀ ਪ੍ਰਾਈਵੇਟ ਲਿਮਟਿਡ ਪਾਰਟੀ ਹੈ ਤੇ ਦੂਜਿਆਂ ਨੂੰ ਕਹਿੰਦੀ ਵਨ ਫੈਮਿਲੀ ਵਨ ਟਿਕਟ। ਪੰਜਾਬ ਦੀ ਜਿਹੜੀ ਆ ਕਾਮੇਡੀ ਸਰਕਸ ਚੱਲੀ ਹੈ, ਇਹ ਫੈਸਲਾ ਲੀਡਰਸ਼ਿਪ ਤੇ ਦਰਸਾਉਂਦਾ ਵੀ ਲੀਡਰਸ਼ਿਪ ਕਿਸ ਕਿਸਮ ਦੀ ਹੋਏਗੀ ਜਿੰਨਾ ਫੈਸਲਾ ਇਹ ਲਿਆ। ਸਵੇਰ ਦੇ ਪੈਰ ਦੇ ਵਿੱਚ ਮੈਂ ਕਿਹਾ ਤਾਰੇ ਵੇਖਦੇ ਨੇ, ਤੁਹਾਨੂੰ ਵੇਖਦੇ ਨਾ ਹੁੰਦੀ ਕਿ ਹਾਂ ਵੇਖਦੇ ਨੇ, ਲੱਗ ਰਿਹਾ ਵੀ ਤਾਰੇ। ਕੋਈ ਮਾਡਲ ਨਹੀਂ, ਕੋਈ ਪੰਜਾਬ ਮਾਡਲ ਨਹੀਂ, ਕੋਈ ਸਿਰ ਨਹੀਂ, ਕੋਈ ਪੈਰ ਨਹੀਂ। ਇਹ ਕਹਿੰਦੇ ਇਹ ਪੰਜਾਬ ਮਾਡਲ ਨਹੀਂ, ਇਹ ਬੱਕਰੀ ਮਾਡਲ ਹੈ। ਮੈਂ ਇਹਦੇ ਵਿੱਚ ਜ਼ਿਆਦਾ ਨਜ਼ਰ ਆਉਂਦੀ, ਤੁਹਾਨੂੰ ਮਹਿਸੂਸ ਹੁੰਦਾ? ਅੱਜ ਬਲਵਿੰਦਰ ਲਾਡੀ ਕਿੱਥੇ ਹੈ? ਇਹ ਸਵਾਲ ਦਾ ਜਵਾਬ ਉਹ ਦੇਣਗੇ। ਮੈਂ ਤਾਂ ਬਲਵਿੰਦਰ ਲਾਡੀ ਨੂੰ ਕਿਤੇ ਲੈ ਜਾਂਦਾ, ਕਿਤੇ ਮੰਜ਼ਿਲ ਤੇ ਪਹੁੰਚਾ ਦਿੰਦਾ। ਤੇ ਝੰਡਾ ਹੁਣ ਕਿਹੜਾ ਲੱਗੂਗਾ, ਬੀਜੇਪੀ ਦਾ ਜਾਂ ਫਿਰ ਕਾਂਗਰਸ ਦਾ? ਕਿਉਂਕਿ ਕਹਿੰਦੇ ਪਹਿਲਾਂ ਲਾਇਆ ਸੀ ਪਰ ਉਤਾਰਨਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਰਾਜਨੀਤੀ ਦੁਸ਼ਮਣੀ ਨੂੰ ਦੋਸਤੀ ਦੇ ਵਿੱਚ ਤਬਦੀਲ ਕਰ ਦਿੰਦੀ ਹੈ ਤੇ ਦੋਸਤੀ ਨੂੰ ਦੁਸ਼ਮਣੀ ਦੇ ਵਿੱਚ, ਤੇ ਕਈ ਵਾਰ ਪਰਿਵਾਰਾਂ ਦੇ ਰਾਹ ਵੀ ਵੱਖ-ਵੱਖ ਕਰ ਦਿੰਦੀ ਹੈ। ਇਸ ਵੇਲੇ ਅਸੀਂ ਖੜੇ ਹਾਂ ਪੰਜਾਬ ਦੀ ਹੌਟ ਸੀਟ ਕਾਦੀਆਂ ਵਿਖੇ, ਔਰ ਜਿੱਥੇ ਅਸੀਂ ਖੜੇ ਹਾਂ ਉਹ ਹੈ ਬਾਜਵਾ ਪਰਿਵਾਰ ਦਾ ਘਰ। ਜੱਦੀ ਘਰ ਹੈ, ਤਸਵੀਰ ਦੇਖ ਸਕਦੇ ਹੋ ਕੋਠੀ ਦੀ। ਇਹ ਕੋਠੀ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਿਆਨ ਕਰਦੀ ਹੈ। ਨੀਚੇ ਇਸ ਕੋਠੀ ਤੇ ਰਹਿੰਦੇ ਨੇ ਭਾਜਪਾ ਦੇ ਸੀਨੀਅਰ ਲੀਡਰ ਫਤਿਹ ਜੰਗ ਸਿੰਘ ਬਾਜਵਾ ਤੇ ਉੱਪਰ ਰਹਿੰਦੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ, ਔਰ 22 ਦੇ ਅਖਾੜੇ ਦੇ ਵਿੱਚ ਇਹਨਾਂ ਦੋਵਾਂ ਦੇ ਰਾਹ ਵੱਖ-ਵੱਖ ਨਜ਼ਰ ਆ ਰਹੇ ਨੇ। ਅੱਜ ਗੱਲਬਾਤ ਕਰਾਂਗੇ ਫਤਿਹ ਜੰਗ ਸਿੰਘ ਬਾਜਵਾ ਉਹਨਾਂ ਦੇ ਨਾਲ। ਬਾਜਵਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ ਗਗਨ ਜੀ, ਥੈਂਕ ਯੂ ਵੈਰੀ ਮਚ, ਮਿਹਰਬਾਨੀ। ਦਿਲ ਲੱਗ ਗਿਆ ਬੀਜੇਪੀ ਦੇ ਵਿੱਚ, ਕਿਉਂਕਿ ਨਵਾਂ ਬੰਦਾ ਜਾਂਦਾ ਓਪਰਾ ਮਹਿਸੂਸ ਕਰਦਾ ਹੈ। ਬਾਜਵਾ ਸਾਹਿਬ ਦਾ ਦਿਲ ਲੱਗ ਗਿਆ? ਬਹੁਤ ਦਿਲ ਲੱਗਾ ਔਰ ਇੱਕ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਇੱਕ ਪਾਰਟੀ ਹੈ ਜਿਹੜਾ ਕੰਮ ਕਰਨ ਵਾਲੇ ਬੰਦੇ ਦੀ ਪਹਿਚਾਣ ਕਰਦੀ ਹੈ। ਔਰ ਬੀਜੇਪੀ ਦੇ ਵਿੱਚ ਮੈਂ ਅੱਗੇ ਜ਼ਿਕਰ ਕਰਦਾ ਵੀ ਇੱਕ ਚਾਹ ਵੇਚਣ ਵਾਲੇ ਨੂੰ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਾ ਸਕਦੀ ਹੈ ਤਾਂ ਉਹ ਇੱਕ ਬੀਜੇਪੀ ਹੈ। ਭਾਈ ਭਤੀਜਾਵਾਦ, ਪ੍ਰਾਈਵੇਟ ਲਿਮਟਿਡ ਕੰਪਨੀਜ਼, ਫੈਮਲੀਜ਼ ਦੀਆਂ ਪਾਰਟੀਆਂ ਕਦੀ ਵੀ ਕਿਸੇ ਚੰਗੇ ਬੰਦੇ ਨੂੰ ਅਗਾਂਹ ਨਹੀਂ ਵਧਣ ਦਿੰਦੇ। ਉਹ ਸਮਝਦੇ ਸਾਡੇ ਪਰਿਵਾਰ ਦਾ ਹੀ ਬੰਦਾ ਕੁਝ ਬਣਨਾ ਚਾਹੀਦਾ। ਔਰ ਮੈਂ ਸਮਝਦਾ ਇਹ ਇੱਕ ਵਾਹਦ ਪਾਰਟੀ ਹੈ ਜਿਹੜਾ ਹੁਨਰ ਦੇ ਹਿਸਾਬ ਨਾਲ, ਜਿਨ੍ਹਾਂ ਨੂੰ ਕੰਮ ਦੇ ਸ਼ੌਕ ਹੈ, ਜਿਹੜਾ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਆ, ਉਹ ਇਸ ਪਾਰਟੀ ਦੇ ਵਿੱਚ ਰਹਿ ਕੇ ਹੀ ਲੋਕਾਂ ਦੀ ਸੇਵਾ ਕਰ ਸਕਦੇ। ਤੁਸੀਂ ਕਹਿ ਰਹੇ ਹੋ ਕਿ ਪਾਰਟੀਆਂ ਚਾਹੁੰਦੀਆਂ ਸਾਡੇ ਪਰਿਵਾਰ ਦਾ ਹੀ ਉਹ ਬੰਦਾ ਬਣਨਾ ਚਾਹੀਦਾ ਹੈ, ਪਰ ਬਾਜਵਾ ਪਰਿਵਾਰ ਦੀ ਜੇਕਰ ਗੱਲ ਕਰੀਏ, ਇਹ ਰਾਹ ਵੱਖ-ਵੱਖ ਕਿਵੇਂ ਹੋ ਗਏ? ਇੱਕੋ ਸੀਟ ਦੇ ਇੰਨਾ ਰੇੜਕਾ ਕਿਉਂ ਪੈਦਾ ਕਰ ਦਿੱਤਾ ਕਿ ਇੱਕੋ ਕੋਠੀ ਦੇ ਵਿੱਚ ਰਹਿੰਦੇ ਆ ਬਟ ਰਹਿੰਦੇ ਅਲੱਗ-ਅਲੱਗ ਨੇ? ਆਪਸ ਦੇ ਵਿੱਚ ਉਹ ਪਿਆਰ, ਉਹ ਚੀਜ਼ਾਂ ਕਿਉਂ ਵੱਖ-ਵੱਖ ਹੋ ਗਈਆਂ? ਦੇਖੋ, ਇਹ ਰਾਜਨੀਤਿਕ ਮਸਲੇ ਫੈਸਲੇ ਨੇ। ਸਰਦਾਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਸੀਨੀਅਰ ਲੀਡਰ ਨੇ, ਸਮਝ ਆਉਂਦੀ ਹੈ। ਉਹ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਆਪਣੀ ਮਨ ਦੀ ਮਨਸ਼ਾ ਦੇ ਹਿਸਾਬ ਨਾਲ ਚੂਜ਼ ਕੀਤਾ। 12 ਸਾਲ ਉਹ ਲੋਕ ਸਭਾ ਦੇ ਵਿੱਚ ਵੀ ਰਹੇ, ਉਹ ਰਾਜ ਸਭਾ ਦੇ ਮੈਂਬਰ ਬਣ ਕੇ ਵੀ ਉਹਨਾਂ ਨੇ ਪੰਜਾਬ ਦੀ ਸੇਵਾ ਕੀਤੀ ਹੈ। ਤੇ ਆਲ ਆਫ ਏ ਸਡਨ ਜਦੋਂ ਉਹਨਾਂ ਨੇ ਫੈਸਲਾ ਲਿਆ ਵੀ ਮੈਂ ਪੰਜਾਬ ਦੇ ਵਿੱਚ ਜਾ ਕੇ ਦੁਬਾਰਾ ਰਾਜਨੀਤੀ ਕਰਨਾ ਚਾਹੁੰਦਾ, ਤੇ ਮੈਂ ਸਮਝਦਾ ਕਿਤੇ ਨਾ ਕਿਤੇ ਉਹਨਾਂ ਦੇ ਫੈਸਲੇ ਦੇ ਵਿੱਚ ਇਹ ਜ਼ਰੂਰ
ਸੋਚ ਉਹਨਾਂ ਨੇ ਆਪਣੇ ਤੱਕ ਹੀ ਰੱਖੀ ਵੀ ਮੇਰਾ ਕੀ ਫਾਇਦਾ ਹੁੰਦਾ ਹੈ। ਉਹ 'ਚ ਇਹ ਨਹੀਂ ਵੇਖੀ ਵੀ ਪਰਿਵਾਰ ਜਾਂ ਆਪਣੇ ਦੂਜਿਆਂ ਦਾ ਫਾਇਦਾ ਕਿੱਦਾਂ ਹੁੰਦਾ। ਬੰਦਾ ਹਮੇਸ਼ਾ, ਮੈਂ ਜ਼ਿੰਦਗੀ 'ਚ ਕਿਹਾ 1 + 1 = 11 ਐਂਡ 1 - 1 = 0। ਔਰ ਜ਼ਿੰਦਗੀ ਦੇ ਵਿੱਚ ਇਹ ਬੰਦੇ ਨੂੰ ਸਮਝਣਾ ਚਾਹੀਦਾ ਹੈ, ਚਾਹੇ ਉਹ ਪੋਲੀਟਿਕਸ ਹੋਏ, ਚਾਹੇ ਉਹ ਵਪਾਰ ਹੋਏ, ਚਾਹੇ ਜਿੱਧਰ ਮਰਜ਼ੀ ਹੋਏ। ਜਿੰਨੀ ਦੇਰ ਤੱਕ ਤੁਸੀਂ ਬੰਦੇ ਨਾਲ ਗੰਢ ਕੇ ਨਹੀਂ ਚੱਲਦੇ, ਜਿੰਨੀ ਦੇਰ ਤੱਕ ਤੁਹਾਡੀਆਂ ਬਾਹਾਂ ਨਹੀਂ ਬਣਦੀਆਂ, ਉਨੀ ਦੇਰ ਤੱਕ ਆਪਾਂ ਸਿਆਸਤ 'ਚ ਕਾਮਯਾਬ ਨਹੀਂ ਹੋ ਸਕਦੇ, ਦੋਸਤੀ 'ਚ ਕਾਮਯਾਬ ਨਹੀਂ ਹੋ ਸਕਦੇ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਜਿੱਥੇ ਕਿ ਮੈਂ ਸਮਝਦਾ ਵੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਖਤਾ ਖਾ ਗਏ। ਅੱਜ ਮਹਿਸੂਸ ਹੁੰਦਾ ਕਿ ਇਹ ਫੈਸਲਾ ਗਲਤ ਸੀਗਾ। ਪ੍ਰਤਾਪ ਸਿੰਘ ਬਾਜਵਾ ਦਾ ਉਹੀ ਘਰ ਹੈਗਾ ਜਿੱਥੇ ਇਕੱਠੇ ਤੁਸੀਂ ਛੋਟੇ ਹੁੰਦੇ ਖੇਡਦਿਆ ਕਰਦੇ ਸੀਗੇ, ਔਰ ਅੱਜ ਉਸੇ ਘਰ ਦੇ ਵਿੱਚੋਂ ਰਣਨੀਤੀਆਂ ਇੱਕ ਦੂਸਰੇ ਨੂੰ ਹਰਾਉਣ ਦੀਆਂ ਲੱਗੀਆਂ ਹੋਈਆਂ। ਦੇਖੋ, ਜਿੱਥੋਂ ਤੱਕ ਪਰਿਵਾਰਕ ਸੰਬੰਧਾਂ ਦੀਆਂ ਗੱਲਾਂ ਨੇ, ਬਚਪਨ ਦੇ ਤੁਸੀਂ ਇਕੱਠੇ ਪੜ੍ਹਦੇ, ਖੇਡਦੇ, ਸ਼ਰਾਰਤਾਂ ਕਰਦੇ, ਜ਼ਿੰਦਗੀ 'ਚ ਅਗਾਂਹ ਵਧੇ ਹੋ। ਮੈਂ ਸਮਝਦਾ ਉੱਥੇ ਪਿਆਰ ਦੇ ਵਿੱਚ ਕੋਈ ਫਰਕ ਨਹੀਂ ਪਿਆ, ਇੱਜ਼ਤ ਮਾਨ 'ਚ ਕੋਈ ਫਰਕ ਨਹੀਂ ਪਿਆ। ਠੀਕ ਹੈ, ਉਹਨਾਂ ਦੀ ਆਪਣੀ ਪੋਲੀਟੀਕਲੀ ਉਹਨਾਂ ਨੇ ਆਪਣਾ ਵੇਖਿਆ, ਮੈਂ ਆਪਣਾ ਦੇਖਿਆ। ਛੋਟੇ ਭਰਾ ਦਾ ਥੋੜਾ ਸੋਚ ਲੈਣਾ ਚਾਹੀਦਾ ਸੀ। ਬਿਲਕੁਲ ਸੋਚਣਾ ਚਾਹੀਦਾ ਸੀ। ਛੋਟਾ ਭਰਾ ਤੇ ਸਾਰੀ ਉਮਰ ਵੱਡੇ ਨੂੰ ਬਿਲਡ ਕਰਦਾ ਅਸੀਂ ਰੈੱਡ ਕਾਰਪੇਟ ਵਿਛਾਉਂਦੇ ਰਹੇ, ਕਦੀ ਫਰਕ ਹੀ ਨਹੀਂ ਕੀਤਾ। ਪਰ ਇਹ ਸੋਚਣਾ ਕੀਤਾ ਸੀ ਵੀ ਜੇ ਭਰਾ ਨੂੰ ਅਗਾਂਹ ਵਧਾਵਾਂਗੇ ਤੇ ਭਰਾ ਵੀ ਸਾਡੀ ਬਾਂਹ ਉਂਗਲ ਫੜ ਕੇ ਤੇ ਸਾਨੂੰ ਇਕੱਠੇ ਅੱਗੇ ਵਧਾਂਗੇ। ਸੋ ਪਰ ਚਲੋ ਕੋਈ ਗੱਲ ਨਹੀਂ। ਹੈ ਜਿਸ ਗੱਲ ਦਾ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਕਾਰਨ, ਜਿਨ੍ਹਾਂ ਦੇ ਕਾਰਨ ਤੁਸੀਂ ਮਿਹਨਤ ਕਰਦੇ ਰਹੇ, ਉਹਨਾਂ ਵਾਸਤੇ ਤੁਸੀਂ ਪ੍ਰਚਾਰ ਵੀ ਕਰਦੇ ਰਹੇ, ਅੱਜ ਉਹਨਾਂ ਨੇ ਇਹ ਕੰਮ ਤੁਹਾਡੇ ਨਾਲ ਕੀਤਾ। ਦੇਖੋ, ਇਹ ਮਲਾਲ ਤਾਂ ਮੇਰੇ ਨਾਲ ਵੱਧ ਉਹਨਾਂ ਨੂੰ ਹੋਏਗਾ, ਕਿਉਂਕਿ ਜਦੋਂ ਹਮੇਸ਼ਾ ਕੋਈ ਬਾਂਹ ਤੁਹਾਡੇ ਤੋਂ ਭੱਜਦੀ ਹੈ, ਟੁੱਟਦੀ ਹੈ, ਤੇ ਉਹਦਾ ਫਰਕ ਤਾਂ ਮਹਿਸੂਸ ਹੁੰਦਾ। ਉਹ ਇਕੱਲਾ ਆਪਣੇ ਪਰਿਵਾਰ ਤੱਕ ਨਹੀਂ ਹੁੰਦਾ, ਸਾਰੇ ਇਲਾਕੇ ਨੂੰ ਹੁੰਦਾ, ਸਾਰੇ ਸੱਜਣਾ ਨੂੰ ਹੁੰਦਾ, ਸਾਰੇ ਵਰਕਰਸ ਨੂੰ ਹੁੰਦਾ। ਵਰਕਰ ਵੀ ਇਹ ਸੋਚ ਪੈ ਜਾਂਦੇ ਵੀ ਅਸੀਂ ਕੀ ਕਰੀਏ, ਕਿੱਧਰ ਨੂੰ ਜਾਈਏ। ਸੋ ਮੈਂ ਜ਼ਿੰਦਗੀ ਵਿੱਚ ਇੱਕ ਗੱਲ ਰੱਖੀ ਹੈ ਗਗਨ ਜੀ, ਮੈਂ ਕਦੀ ਕਿਸੇ ਵਰਕਰ ਨੂੰ ਵਾਹ ਤੁਸੀਂ ਕਾਦੀਆਂ ਹਲਕੇ 'ਤੇ ਚੱਲ ਜਾਓ, ਮੈਂ ਕਿਸੇ ਇੱਕ ਵਰਕਰ ਨੂੰ ਇਹ ਨਹੀਂ ਕਿਹਾ ਵੀ ਤੁਸੀਂ ਇੱਧਰ ਨਹੀਂ ਜਾਣਾ, ਤੁਸੀਂ ਉੱਧਰ ਨਹੀਂ ਜਾਣਾ। ਅਸੀਂ ਹਰ ਬੰਦੇ ਨੂੰ ਖੁੱਲ੍ਹਾ ਛੱਡਿਆ। ਮੇਰੀ ਸੋਚ ਹੈ, ਦੂਜੇ ਦੀ ਸੋਚ ਕੀ ਹੈ ਮੈਨੂੰ ਨਹੀਂ ਪਤਾ, ਪਰ ਮੈਂ ਉਹਨਾਂ ਨੂੰ ਇਹ ਕਿਹਾ ਵੀ ਫੈਸਲਾ ਤੁਸੀਂ ਕਰਨਾ, ਤੁਸੀਂ ਵੇਖਣਾ ਵੀ ਕਿਹੜਾ ਬੰਦਾ ਤੁਹਾਨੂੰ ਸਰਵਿਸ ਕਰ ਸਕਦਾ, ਕਿਹੜਾ ਬੰਦਾ ਤੁਹਾਨੂੰ ਕਰ ਸਕਦਾ। ਇਹ ਫੈਸਲਾ ਤੁਹਾਡਾ, ਕਿਉਂਕਿ ਇੱਕ ਹੁੰਦਾ ਪਰਿਵਾਰ ਦੇ ਵਿੱਚ ਰਹਿ ਕੇ। ਹੋਇਆ ਕਿਉਂ ਹੈ? MP ਪ੍ਰਤਾਪ ਸਿੰਘ ਬਾਜਵਾ ਹੈਗੇ ਨੇ, ਅੱਛੀ ਸਿਆਸਤ ਚੱਲ ਰਹੀ ਹੈ, ਨੈਸ਼ਨਲ ਲੈਵਲ ਦੇ ਉੱਤੇ ਇੱਕ ਲੀਡਰ ਮੰਨੇ ਜਾਂਦੇ ਹੈਗੇ ਨੇ, ਫਿਰ ਕਿਉਂ ਆ ਕੇ ਉਹ ਚੋਣ ਲੜਨਾ ਚਾਹੁੰਦੇ ਨੇ? ਕਿਉਂ ਕਾਦੀਆਂ ਹੀ ਸੀਟ ਚੁਣੀ, ਕੋਈ ਹੋਰ ਕਿਉਂ ਨਹੀਂ? ਗੁਰਦਾਸਪੁਰ ਬਟਾਲਾ ਵੀ ਲੈ ਸਕਦੇ ਸੀਗੇ, ਕਿਤੇ ਹੋਰ ਵੀ ਪੰਜਾਬ ਦੇ ਵਿੱਚੋਂ ਜੇ ਲੜਦੇ ਸ਼ਾਇਦ ਲੋਕ ਜਿਤਾ ਵੀ ਸਕਦੇ ਸੀ। ਇਹ ਕੱਦ ਉਹਨਾਂ ਦਾ ਇਸ ਵੇਲੇ ਮੰਨਿਆ ਜਾਂਦਾ ਹੈ ਕਾਂਗਰਸ ਦੇ ਵਿੱਚ, ਫਿਰ ਕਿਉਂ ਸਿਰਫ ਕਾਦੀਆਂ ਹੀ ਚੂਜ਼ ਕੀਤੀ? ਦੇਖੋ, ਇਹਦਾ ਜਵਾਬ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੀ ਦੇ ਸਕਦੇ। ਤੁਹਾਨੂੰ ਕੀ ਲੱਗਦਾ ਹੈਗਾ? ਨਹੀਂ, ਮੈਨੂੰ ਇਹ ਲੱਗਦਾ ਵੀ ਇਹ ਫੈਸਲਾ ਜਿਹੜਾ ਵੀ ਕੀਤਾ ਲਿਆ, ਉਹਨਾਂ ਨੇ ਆਪਣੇ ਤੱਕ ਹੀ ਮੌਜੂਦ ਰੱਖਿਆ। ਇਹ ਨਹੀਂ ਵੇਖਿਆ ਵੀ ਮੇਰਾ ਇਹ ਪਰਿਵਾਰ ਇਹਦੇ ਨਾਲ ਕਿੱਦਾਂ ਚੱਲੇਗਾ ਜਾਂ ਅਸੀਂ ਕਿੱਦਾਂ ਕੈਰੀ ਕਰ ਸਕਾਂਗੇ ਇੱਕ ਦੂਜੇ ਨੂੰ। ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂਗਾ, ਮੈਂ ਪੰਜਾਬ ਦੇ ਲੋਕਾਂ ਨੂੰ ਕੀ ਜਵਾਬ ਦੇਵਾਂਗਾ। ਬੇਸਿਕਲੀ ਉਹ ਇੱਥੇ ਆ ਕੇ ਮੈਂ ਸਮਝਦਾ ਵੀ ਕਿਤੇ ਉਹ ਸੈਲਫ ਸੈਂਟਰਡ ਹੋਏ, ਔਰ ਜਿਹੜੀ ਚੀਜ਼ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਹੈ ਉਹ ਘਰ ਤੋਂ ਤੁਰਦੀ ਹੈ। ਬੰਦਾ ਘਰ ਤੋਂ ਐਗਜ਼ਾਮਪਲ ਸੈੱਟ ਕਰਦਾ ਹੈ। ਤੁਸੀਂ ਬਹੁਤ ਸ਼ੋਰ ਸ਼ਾਟ ਸੀਗੇ ਕਿ ਸੀਟ ਜਿਹੜੀ ਹੈਗੀ ਹੈ ਤੁਹਾਨੂੰ ਕਾਦੀਆਂ ਦੀ ਕਾਂਗਰਸ ਦੇ ਰਹੀ ਹੈਗੀ ਹੈ, ਫਿਰ ਕਿਉਂ ਇਹੋ ਜਿਹਾ ਸਟੈਪ ਲੈਣਾ ਪਿਆ ਤੁਹਾਨੂੰ ਕਿ ਬੀਜੇਪੀ ਦੇ ਵਿੱਚ ਰਾਤੋਂ ਰਾਤ ਤੁਸੀਂ ਸ਼ਿਫਟ ਹੋ ਜਾਂਦੇ ਹੈਗੇ ਹੋ? ਕਿ ਇਹ ਸੰਕੇਤ ਆ ਗਏ ਸੀ ਕਿ ਕਾਦੀਆਂ ਤੋਂ ਟਿਕਟ ਫਿਰ ਕੱਟੀ ਜਾ ਰਹੀ ਹੈ, ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਟਿਕਟ ਦੇ ਰਹੀ ਹੈ? ਇਹ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਿਹੜੀਆਂ ਇੰਟੈਲੀਜੈਂਸ ਦੀ ਰਿਪੋਰਟ ਸੀ, ਜਿਹੜੀ IB ਦੀ ਰਿਪੋਰਟ ਸੀ, ਉਹਦੇ ਪਹਿਲੀਆਂ 10 ਸੀਟਾਂ ਟੌਪ 10 ਸੀਟ ਵਿੱਚ ਕਾਦੀਆਂ ਸੀ, ਵਿਨਿੰਗ ਸੀਟ ਦੇ ਵਿੱਚ ਸੀ, ਬਹੁਤ ਵੱਡੇ ਮਾਰਜਨ ਨਾਲ ਸੀ। ਉਹ ਰਿਪੋਰਟਾਂ ਤੇ ਅੱਜ ਵੀ ਇਹਨਾਂ ਕੋਲ ਹੋਣਗੀਆਂ। ਬੇਸਿਕਲੀ ਜਦੋਂ ਇੱਕ ਪਾਰਟੀ ਨੇ ਇਹ ਫੈਸਲਾ ਲਿਆ ਵੀ 1 ਫੈਮਿਲੀ 1 ਟਿਕਟ, ਵੇਅਰ ਐਜ਼ ਕੇਸ ਦੀ ਪ੍ਰੈਜੈਂਟੇਸ਼ਨ ਇਹ ਸੀ ਵੀ 2007 ਦੇ ਵਿੱਚ ਮੈਂ ਵੀ ਕਾਂਗਰਸ ਵੱਲੋਂ ਸ੍ਰੀ ਹਰਗੋਬਿੰਦਪੁਰ ਤੋਂ ਲੜਿਆ ਤੇ ਇਹ ਕਾਹਨੂੰਵਾਨ ਤੋਂ ਲੜੇ ਨੇ। ਉਦੋਂ ਆਪਾਂ ਇੱਕ ਪਰਿਵਾਰ ਨਹੀਂ ਸੀ, ਉਦੋਂ 1 ਫੈਮਿਲੀ 1 ਟਿਕਟ ਵਾਲੀ ਗੱਲ ਕਿਉਂ ਨਹੀਂ ਹੋਈ? ਇਹ ਸਿਰਫ ਇਹ ਹੈ ਵੀ ਜਦੋਂ ਕਿਸੇ ਨੂੰ ਤੁਹਾਡਾ ਹੋਏ ਵੀ ਇਹਨਾਂ ਨੂੰ ਹੁਣ ਆਪਾਂ ਕਿਸੇ ਤਰੀਕੇ ਨਾਲ ਬਾਹਰ ਹੀ ਕੱਢਣਾ, ਬਾਹਰ ਦਾ ਰਾਹ ਵਿਖਾਣਾ, ਉਹ ਕਿਉਂ ਹੋਇਆ ਉਹਦਾ ਜਵਾਬ ਤੇ ਇਹ ਦੇ ਸਕਦੇ ਨੇ। ਨਵਜੋਤ ਸਿੱਧੂ ਵੀ ਆਏ ਸੀ। ਬੇਸਿਕਲੀ ਜਦੋਂ ਨਵਜੋਤ ਸਿੰਘ ਸਿੱਧੂ ਆਏ, ਉਦੋਂ 5 ਦਸੰਬਰ ਨੂੰ ਅਸੀਂ ਜਿਹੜੀ ਰੈਲੀ ਕੀਤੀ, ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪ ਸਟੇਜ ਤੋਂ ਕਿਹਾ ਵੀ ਰੈਲੀ ਨਹੀਂ, ਇਹ ਰੈਲਾ 50,000 ਲੋਕਾਂ ਦਾ ਇਕੱਠ ਸੀ। ਲੋਕਾਂ ਨੇ, ਇਹਨਾਂ ਨੇ ਉੱਥੇ
ਅਨਾਉਂਸ ਵੀ ਕੀਤਾ ਵੀ ਇਹ ਫਤਿਹ ਹੋਰਾਂ ਨੂੰ ਟਿਕਟ ਵੀ ਮਿਲੇਗੀ, ਜਿੱਤ ਕੇ ਤੁਹਾਡਾ ਧੰਨਵਾਦ ਕਰਨ ਆਊਂਗਾ। ਇਹਨੂੰ ਉਸ ਤੋਂ ਬਾਅਦ ਪਤਾ ਨਹੀਂ ਕੀ ਕੁਝ ਰੱਬ ਨੇ ਦੇਣਾ ਹੈ। ਰੱਬ ਨੇ ਤਾਂ ਹੁਣ ਵੀ ਬੜਾ ਕੁਝ ਦੇਣਾ, ਅਸੀਂ ਉਸ 'ਤੇ ਵਿਸ਼ਵਾਸ ਕਰਦੇ ਹਾਂ। ਸਿਰਫ ਗੱਲ ਇਹ ਹੈ ਅਸੂਲਾਂ ਦੀ। ਜਦੋਂ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਜਾ ਕੇ ਇਹ ਕਹਿੰਦੇ ਹੋ ਵੀ ਮੇਰੇ ਪਰਿਵਾਰ ਦਾ ਫੈਸਲਾ ਹੈ, ਮੈਂ ਹੈੱਡ ਆਫ ਦਾ ਫੈਮਿਲੀ ਹਾਂ, ਤੇ ਪਾਰਟੀ ਹਾਈ ਕਮਾਂਡ ਕਹਿੰਦੀ ਠੀਕ ਹੈ ਜੀ ਇਹ ਫੈਸਲਾ ਤੁਹਾਡੇ 'ਤੇ ਛੱਡਿਆ, ਤੇ ਫਿਰ ਉਹਦਾ ਫੈਸਲਾ ਤਾਂ ਸਾਨੂੰ ਪਤਾ ਹੀ ਸੀ ਵੀ ਫੈਸਲਾ ਕੀ ਆਣਾ ਹੈ। ਤੇ ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਜਦੋਂ ਅੱਜ ਇੱਥੇ ਹੀ ਆ ਕੇ ਗੱਲ ਖੜੀ ਹੋ ਗਈ ਤੇ ਫਿਰ ਜ਼ਿੰਦਗੀ ਦੇ ਰਾਹਾਂ ਤੇ ਫਿਰ ਆਪਾਂ ਮਦਦ ਕੀ ਕਿਸੇ ਦੀ ਕਰਨੀ, ਆਪਾਂ ਤਾਂ ਇੱਕ ਦੂਜੇ ਨੂੰ ਕੱਟਣ ਲਈ ਆ ਗਏ। ਤੇ ਅਸੀਂ ਉੱਥੋਂ ਫੈਸਲਾ ਇਹ ਕੀਤਾ, ਮੈਨੂੰ ਹਰ ਪਾਰਟੀ, ਮੈਂ ਇਹ ਨਹੀਂ ਕਹਿੰਦਾ, ਮੈਨੂੰ ਹਰ ਪਾਰਟੀ ਨੇ ਅਪਰੋਚ ਕੀਤਾ। ਇਹ ਵੀ ਚਰਚਾਵਾਂ ਚੱਲ ਪਈਆਂ ਸੀ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਹੋ, ਅਕਾਲੀ ਦਲ ਨੇ ਵੀ ਅਪਰੋਚ ਕੀਤਾ ਸੀਗਾ, ਆਪ ਨੇ ਵੀ ਅਪਰੋਚ ਕੀਤਾ ਸੀ। ਦੋਵੇਂ ਪਾਰਟੀਆਂ ਨਾਲ ਸਭ ਕੁਝ ਹੋਇਆ, ਅਪਰੋਚ ਵੀ ਹੋਇਆ, ਸਾਰਾ ਕੁਝ ਕੀਤਾ। ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਬੇਸਿਕਲੀ ਇੱਕ ਚੀਜ਼ ਵੇਖੀ ਵੀ ਕਿਹੜੀ ਪਾਰਟੀ ਹੈ ਜਿਹੜਾ ਪੰਜਾਬ ਨੂੰ ਕਿਸੇ ਤਰੀਕੇ ਕੋਈ ਫਾਇਦਾ ਦੇ ਸਕਦੀ ਹੈ। ਹਮੇਸ਼ਾ ਪੰਜਾਬ ਨੇ ਇੱਕ ਗਲਤੀ ਕੀਤੀ, ਹਮੇਸ਼ਾ ਜਦੋਂ ਸੈਂਟਰ 'ਚ ਕਾਂਗਰਸ ਦੀ ਸਰਕਾਰ ਹੋਈ ਤੇ ਲੋਕਾਂ ਨੇ ਇੱਥੇ ਅਕਾਲੀ ਦਲ ਦੀ ਸਰਕਾਰ ਬਣਾਈ। ਜਦੋਂ ਸੈਂਟਰ ਦੇ ਵਿੱਚ ਅੱਜ ਬੀਜੇਪੀ ਦੀ ਸਰਕਾਰ ਹੈ ਤੇ ਇੱਥੇ ਕਾਂਗਰਸ ਦੀ ਸਰਕਾਰ ਹੈ। ਜਦੋਂ ਵੀ ਸੈਂਟਰ ਵਿੱਚ ਤੇ ਸਟੇਟ ਵਿੱਚ ਸਰਕਾਰਾਂ ਡਿਫਰੈਂਟ ਪਾਰਟੀਆਂ ਦੀ ਹੁੰਦੀਆਂ, ਹਮੇਸ਼ਾ ਤੁਹਾਨੂੰ ਉੱਥੇ ਨੁਕਸਾਨ ਹੁੰਦਾ ਹੈ। ਜੋ ਤੁਹਾਨੂੰ ਸਟੇਟਲੀ ਚੀਜ਼ ਮਿਲਣੀ ਚਾਹੀਦੀ, ਕਿਤੇ ਨਾ ਕਿਤੇ ਤੁਹਾਡੇ ਨਾਲ ਉੱਥੇ ਵਾਧਾ ਘਾਟਾ ਜ਼ਰੂਰ ਹੁੰਦਾ ਹੈ। ਤਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ, ਮੇਰੇ ਭਰਾਵਾਂ ਨੂੰ ਇੱਕੋ ਹੀ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ, ਗਲਤੀਆਂ ਤੋਂ ਬੰਦੇ ਨੂੰ ਸਿੱਖਣਾ ਚਾਹੀਦਾ ਹੈ। ਸਾਨੂੰ ਸਾਲੋ ਸਾਲ, ਅੱਜ 20 ਸਾਲ ਹੋ ਗਿਆ ਗਲਤੀਆਂ ਕਰਦਿਆਂ ਨੂੰ। ਜੇ ਆਪਾਂ ਹੁਣ ਨਾ ਸਿੱਖੇ, ਜੇ ਆਪਾਂ ਹੁਣ ਨਾ ਕੀਤਾ ਤੇ ਪੰਜਾਬ ਜਿੱਧਰੋਂ ਇਹ ਦਲਦਲ ਵੱਲ ਨੂੰ ਧੱਕਿਆ ਜਾ ਰਿਹਾ, ਜਿੱਥੇ ਅਸੀਂ ਕਰਜ਼ੇ ਦੇ ਥੱਲੇ ਦੱਬੇ ਤੁਰੇ ਜਾ ਰਹੇ ਆ, ਸਾਨੂੰ ਕੋਈ ਬਾਹਰ ਨਹੀਂ ਕੱਢ ਸਕਦਾ। ਨਹੀਂ ਹੋ ਰਿਹਾ ਇਦਾਂ ਦਾ, ਨਹੀਂ ਤੁਹਾਨੂੰ ਮਹਿਸੂਸ ਹੋ ਰਿਹਾ ਕਿ ਬੀਜੇਪੀ 'ਚ ਜਾ ਕੇ ਤੁਸੀਂ ਵੀ ਗਲਤੀ ਕਰ ਦਿੱਤੀ? ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ, ਕਾਂਗਰਸੀ ਇਹ ਗੱਲ ਕਹਿ ਰਹੇ ਨੇ ਕਿ ਫਤਿਹ ਜੰਗ ਬਾਜਵਾ ਨੇ ਗਲਤੀ ਕੀਤੀ ਹੈਗੀ ਹੈ। ਕਹਿੰਦੇ ਉਹ ਪਾਰਟੀ ਹੈ ਜਿਸ ਨੇ ਕਿਸਾਨਾਂ ਦੇ ਨਾਲ 1 ਸਾਲ ਤੱਕ ਉਹ ਵਤੀਰਾ ਕੀਤਾ, 700 ਕਿਸਾਨ ਸ਼ਹੀਦ ਹੋ ਗਏ, 700 ਕਿਸਾਨਾਂ ਦਾ ਉਹਨਾਂ ਨੇ ਕੋਈ ਸਾਰ ਤੱਕ ਨਹੀਂ ਲਿੱਤੀ, ਔਰ ਫਤਿਹ ਜੰਗ ਬਾਜਵਾ ਕਹਿੰਦੇ ਉਸ ਪਾਰਟੀ ਜਾ ਕੇ ਬੈਠ ਕੇ। ਇਹ ਜਿੱਧਰ ਅਕਾਲ ਪੁਰਖ ਨੂੰ ਮਨਜ਼ੂਰੀ ਹੋਏ ਨਾ, ਉਧਰ ਹੀ ਬੰਦਾ ਜਾਂਦਾ ਹੈ। ਤੇ ਮੈਂ ਬਹੁਤ ਖੁਸ਼ ਹਾਂ, ਮੈਂ ਕੋਈ ਬਿਲਕੁਲ 1% ਵੀ ਰਿਪੈਂਟ ਨਹੀਂ ਕਰਦਾ ਵੀ ਮੈਂ ਡਿਸੀਜਨ ਕੀ ਲਿਆ, ਮੈਂ ਬੜਾ ਸੋਚ ਸਮਝ ਕੇ ਡਿਸੀਜਨ ਲਿਆ। ਫਤਿਹ ਜੰਗ ਬਾਜਵਾ ਉਹਨਾਂ ਦੀ ਕਾਂਗਰਸ ਦੇ ਵਿੱਚ ਪੂਰੀ ਧੁੱਕ ਹੁੰਦੀ ਸੀਗੀ, ਪੂਰੀ ਵਾਹ-ਵਾਹ ਸੀਗੀ, ਬੱਲੇ-ਬੱਲੇ ਸੀਗੀ, ਕੈਪਟਨ ਦੇ ਨਾਲ ਬਹਿੰਦੇ ਹੁੰਦੇ ਸੀਗੇ। ਫਿਰ ਹੁਣ ਸਿੱਧੂ ਵੀ ਨਾਲ ਉਹਨਾਂ ਦੇ ਹਮੇਸ਼ਾ ਰਹਿੰਦੇ ਸੀਗੇ, ਰੈਲੀ ਕਰਕੇ ਗਏ। ਕਹਿੰਦੇ ਬੀਜੇਪੀ 'ਚ ਤਾਂ ਚੇਅਰ ਤੱਕ ਨਹੀਂ ਮਿਲਦੀ, ਕਈ ਵਾਰ ਖੜੇ ਹੋ ਕੇ ਕਹਿੰਦੇ ਕੁਰਸੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਨਾਲ ਖੜੇ ਹੁੰਦੇ ਨੇ। ਕਿਤੇ ਵੇਖਿਆ ਜੇ ਤਾਂ ਇੱਕ ਹੀ ਇਨਸੀਡੈਂਸ ਦੱਸ ਦਿਓ, ਇੱਕ ਹੀ ਵਿਖਾ ਦਿਓ ਜਿੱਥੇ ਖੜੇ ਹੋਏ ਆ ਤੇ ਬਾਕੀ ਬੈਠੇ। ਦੇਖੋ ਇੱਕ ਚੰਡੀਗੜ੍ਹ ਦੇ ਵਿੱਚ ਕਹਿੰਦੇ ਇੱਕ ਪ੍ਰੈਸ ਕਾਨਫਰੰਸ ਸੀਗੀ, ਰਾਣਾ ਸੋਢੀ ਔਰ ਫਤਿਹ ਜੰਗ ਬਾਜਵਾ ਖੜੇ ਹੋਏ ਸੀਗੇ, ਸੀਨੀਅਰ ਲੀਡਰ ਬੀਜੇਪੀ ਦੇ ਅੱਗੇ ਬੈਠੇ ਹੋਏ ਸੀ। ਇੱਕ ਜਗ੍ਹਾ ਦਿਖਾ ਦਿਓ। ਅਸੀਂ ਸਾਰੀ ਪ੍ਰੈਸ ਕਾਨਫਰੰਸ ਇਕੱਠੇ ਸੀ, ਜਦੋਂ ਲੋਕ ਜੁਆਇਨ ਕਰਨ ਆਏ ਨੇ ਉਦੋਂ ਅਸੀਂ ਉੱਠ ਕੇ ਉਹਨਾਂ ਨੂੰ ਵੈਲਕਮ ਕੀਤਾ ਹੈ। ਇਹ ਦੇਖੋ, ਮੇਰੀ ਇੱਕ ਗੱਲ ਨੂੰ ਸਮਝ ਲਓ, ਜੇ ਫਤਿਹ ਜੰਗ ਬਾਜਵਾ 'ਚ ਕੋਈ ਹੁਨਰ ਹੋਏਗਾ, ਜੇ ਫਤਿਹ ਜੰਗ ਬਾਜਵਾ ਪੰਜਾਬ ਦੀ ਸੇਵਾ ਕਰਨਾ ਚਾਹੇਗਾ ਤੇ ਕੋਈ ਮਾਈ ਦਾ ਲਾਲ ਮੈਨੂੰ ਉਸ ਕੁਰਸੀ ਤੋਂ ਡੱਕ ਨਹੀਂ ਸਕਦਾ। ਇਸ ਅਕਾਲ ਪੁਰਖ ਨੇ ਕਰਨਾ। ਮੇਰੀ ਇੱਕ ਮਿੰਟ, ਮੈਂ ਬਿਲਕੁਲ ਉਸ ਅਕਾਲ ਪੁਰਖ 'ਚ ਬਿਲੀਵ ਕਰਦਾ। ਨੰਬਰ 2, ਤੁਸੀਂ ਕੁਰਸੀਆਂ ਦੀਆਂ ਗੱਲਾਂ ਕਰਦੇ ਹੋ। ਫਤਿਹ ਜੰਗ ਸਿੰਘ ਬਾਜਵਾ ਦਾ ਜੇ ਕਾਂਗਰਸ ਦੇ ਵਿੱਚ ਦਬਦਬਾ ਸੀ, ਸਾਰੀ ਗੱਲ ਸੀ, ਜਲ ਜਲਾਓ ਸੀ, ਤੇ ਬੀਜੇਪੀ 'ਚੋਂ ਤੋਂ 10 ਗੁਣਾ ਵੱਧ ਹੋਣਾ। ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ, ਇਹ ਉਹ ਪਾਰਟੀ ਹੈ ਜਿਹੜੇ ਪਾਰਟੀ ਇਹ ਵੇਖਦੀ ਵੀ ਇਸ ਬੰਦੇ ਦੇ ਵਿੱਚ ਆਪਣੇ ਸੂਬੇ ਦੀ ਸੇਵਾ ਕਰਨ ਲਈ ਪਾਰਟੀ ਦੇ ਪ੍ਰਤੀ ਵਫਾਦਾਰੀ ਕਿੰਨੀ ਹੋ ਸਕਦੀ ਹੈ। ਇਹ ਉਸ ਬੰਦੇ ਨੂੰ ਕਦੀ ਮਰਨ ਨਹੀਂ ਦਿੰਦੇ, ਉਹਦੀ ਪਿੱਠ ਤੇ ਖਲੋਂਦੇ ਨੇ। ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਵੈਕਿਊਮ ਹੈ, ਕਿਉਂਕਿ ਬੀਜੇਪੀ ਹਮੇਸ਼ਾ ਸ਼ਹਿਰੀ ਟਿਕਟਾਂ ਲੜਦੀ ਰਹੀ। ਬੇਸਿਕਲੀ ਇਹਨੂੰ ਹਿੰਦੂਤਾ ਦਾ ਇੱਕ ਹਮੇਸ਼ਾ ਪਾਰਟੀ ਦੱਸੀ ਵੀ ਜੇ ਮੈਂ ਗੱਲ ਕਰੂੰਗਾ ਜ਼ਰੂਰ। ਪਰ ਕੱਲ ਮੈਂ ਪ੍ਰਗਟ ਸਿੰਘ ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀਗਾ, ਇੱਕ ਬੜੀ ਹਾਰਡ ਹਿਟਿੰਗ ਸਟੇਟਮੈਂਟ ਉਹਨਾਂ ਨੇ ਤੁਹਾਡੇ ਤੇ ਦਿੱਤੀ ਹੈ, ਸ਼ਾਇਦ ਚੁੱਭ ਵੀ ਸਕਦੀ ਹੈ। ਉਹ ਕਹਿੰਦੇ ਕਿ ਬੀਜੇਪੀ ਨੇ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ, ਕਹਿੰਦੇ ਗੰਦ ਇਕੱਠਾ ਕਰ ਰਹੀ ਹੈ ਕਾਂਗਰਸ ਦਾ ਔਰ ਵਾਸ਼ਿੰਗ ਮਸ਼ੀਨ 'ਚ ਗੇੜਾ ਦਿੰਦੀ ਹੈ ਔਰ ਫਿਰ ਆਪਣੇ ਆਪ ਦੇ ਵਿੱਚ ਸ਼ਾਮਲ ਕਰ ਲੈਂਦੀ ਹੈ, ਜੋ ਕਹਿੰਦੇ ਇਹਨਾਂ ਨੇ ਵੈਸਟ ਬੰਗਾਲ ਦੇ ਵਿੱਚ ਕੀਤਾ ਸੀਗਾ TMC ਦੇ ਨਾਲ। ਇਹ ਕਿੱਥੋਂ ਦੀ ਇਹ ਕਿੱਥੋਂ ਦਾ ਗੰਦ ਆਇਆ ਸੀ? ਅਕਾਲੀ ਦਲ ਦਾ। ਇਹਦਾ ਮਤਲਬ ਜਦੋਂ ਇਹ ਆਏ ਸੀ, ਇਹ ਅਕਾਲੀ ਦਲ ਦਾ ਗੰਦ ਕਾਂਗਰਸ ਨੇ ਸਾਫ਼ ਕੀਤਾ। ਇਹ ਪ੍ਰਗਟ ਸਿੰਘ ਵਰਗੇ ਇੱਕ ਅੱਛੇ ਬੰਦੇ ਤੋਂ ਇਹ ਚੀਜ਼ ਜੱਚਦੀ ਨਹੀਂ। ਪਰ ਜੇ ਉਹਨੇ ਕਹੀ ਹੈ ਤੇ ਉਹਨੇ ਆਪਣੀ ਸੋਚ ਦੀ ਗਿਰਾਵਟ ਦੱਸੀ ਹੈ ਵੀ ਉਹ ਕਿਸ ਸੋਚ ਦਾ ਮਾਲਕ ਹੈ। ਇਹ ਗੰਦ ਜਿਹੜਾ ਹੈ ਨਾ, ਉਹ ਜਿਹੜੀ ਮਰਜ਼ੀ ਮਸ਼ੀਨ 'ਚ ਪੈ ਜਾਣ, ਉਹ ਮਸ਼ੀਨ 'ਚੋਂ ਸਾਫ਼ ਨਹੀਂ ਹੋਣਾ। ਫਤਿਹ ਜੰਗ ਸਿੰਘ ਬਾਜਵਾ ਅੱਜ ਭਾਜਪਾ ਦੇ ਵਿੱਚ ਹੈ, ਰਹੇਗਾ
ਔਰ ਆਖਰੀ ਸਾਹਾਂ ਤੱਕ ਰਹੇਗਾ ਔਰ ਮੇਰਾ ਪਰਿਵਾਰ ਵੀ ਰਹੇਗਾ। ਅੱਜ ਆਪਣੀ ਮਰਜ਼ੀ ਨਾਲ ਪਾਰਟੀ ਛੱਡੀ ਹੈ। ਇਹ ਜਿਹੜੀ ਪਾਰਟੀ ਇੱਕ ਆਪਣੇ ਇਹਨਾਂ ਦੇ ਅਸੂਲ ਹੀ ਕੋਈ ਨਹੀਂ। ਇੱਕ ਪਾਰਟੀ ਪ੍ਰਾਈਵੇਟ ਲਿਮਟਿਡ ਪਾਰਟੀ ਹੈ ਤੇ ਦੂਜਿਆਂ ਨੂੰ ਕਹਿੰਦੀ ਵਨ ਫੈਮਿਲੀ ਵਨ ਟਿਕਟ। ਇਹਦਾ ਕੀ ਮਤਲਬ? ਜਾਂ ਤੇ ਆਪ ਉਸ ਤੇ ਗੱਲ ਕਰੋ, ਹਮੇਸ਼ਾ ਉਹ ਚੀਜ਼ ਪ੍ਰੀਚ ਕਰੋ ਪਹਿਲੇ। ਜੇ ਤੁਸੀਂ ਆਪ ਕਰਦੇ ਹੋ, ਤੁਸੀਂ ਆਪ ਤਾਂ ਸਾਰਾ ਕੁਝ ਮੱਲਿਆ ਹੋਇਆ ਹੈ ਤੇ ਦੂਜਿਆਂ ਨੂੰ ਕਹਿੰਦੇ ਵੀ ਨਹੀਂ ਜੀ ਇਦਾਂ ਨਹੀਂ ਕਰਨਾ, ਕਿਉਂਕਿ ਤੁਸੀਂ ਬਣਨਾ ਚਾਹੁੰਦੇ ਹੋ ਆਮ ਪਾਰਟੀ, ਆਮ ਆਦਮੀ ਪਾਰਟੀ। ਹਾਂਜੀ, ਅਸੀਂ ਬੜੇ ਆਮ ਲੋਕਾਂ ਦੇ ਉਹਨਾਂ ਦਿਲਾਂ ਵਿੱਚ ਵਸਣਾ ਚਾਹੁੰਦੇ ਹਾਂ। ਤੇ ਇਹ ਕਿੱਦਾਂ ਹੋ ਸਕਦਾ ਹੈ? ਘਰ ਤੋਂ ਸ਼ੁਰੂ ਕਰੋ। ਘਰ ਤੋਂ ਸ਼ੁਰੂ ਕਰੋਗੇ। ਇਹ ਲੋਕ ਜਿਹੜੇ ਵਿੱਚ ਬੈਠੇ ਨੇ ਸਿਰਫ ਸਾਈਕੋ ਫੈਂਸੀ। ਅੱਜ ਕਾਂਗਰਸ ਕਿੱਥੇ ਗਈ? ਅੱਜ ਕਾਂਗਰਸ ਮੁਕਤ ਭਾਰਤ ਆਲਮੋਸਟ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਦਾ ਨਾਂ ਨਿਸ਼ਾਨ ਮਿਟਦਾ ਤੁਰਿਆ ਜਾ ਰਿਹਾ। ਕਾਰਨ ਕੀ? it is basically the high command, is basically the leadership crisis what is happening ਭਾਜਪਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਰਾਹੁਲ ਐਂਡ ਪ੍ਰਿਯੰਕਾ ਆਰ ਇਮੈਚੁਰ ਲੀਡਰਸ। ਤੁਹਾਨੂੰ ਵੀ ਮਹਿਸੂਸ ਹੁੰਦਾ ਹੈ ਕਿ ਇਮੈਚੁਰ ਲੀਡਰਸ ਨੇ ਰਾਹੁਲ ਐਂਡ ਪ੍ਰਿਯੰਕਾ? ਮੈਂ ਇਹ ਨਹੀਂ ਕਹਿੰਦਾ ਵੀ ਕੌਣ ਇਮੈਚੁਰ ਹੈ ਕੌਣ ਸਿਆਣਾ ਕੌਣ। ਮੈਂ ਉਸ ਬਾਰੇ ਜਿਸ ਪਾਰਟੀ 'ਚ ਰਿਹਾ ਹਾਂ ਮੈਂ ਉਸ ਦੀ ਲੀਡਰਸ਼ਿਪ ਤੇ ਕੋਈ ਗੱਲ ਨਹੀਂ ਕਰਾਂਗਾ। ਮੇਰਾ ਦਿਲ ਨਹੀਂ ਮੰਨਦਾ ਇਸ ਗੱਲ ਤੋਂ। ਪਰ ਮੈਂ ਇਹ ਗੱਲ ਕਹਾਂਗਾ, ਜਿਸ ਪਾਰਟੀ ਨੇ ਗਾਂ ਲੀਡਰ ਜਿਹੜੇ ਚੁਣੇ, ਜੋ ਪੰਜਾਬ ਦੀ ਜਿਹੜੀ ਆ ਕਾਮੇਡੀ ਸਰਕਸ ਚੱਲੀ ਹੈ, ਇਹ ਫੈਸਲਾ ਲੀਡਰਸ਼ਿਪ ਤੇ ਦਰਸਾਉਂਦਾ ਵੀ ਲੀਡਰਸ਼ਿਪ ਕਿਸ ਕਿਸਮ ਦੀ ਹੋਏਗੀ। ਜਿੰਨਾ ਫੈਸਲਾ ਇਹ ਲਿਆ ਵੀ ਕਾਮੇਡੀ ਆਫ ਸਰਕਸ ਚੱਲਦੀ ਰਹੀ, ਇੱਕ ਦੂਜੇ ਨੂੰ ਇੱਕ ਕਹਿੰਦਾ ਸੀ ਦੂਜਾ ਉਹਨੂੰ ਕੱਟਦਾ ਸੀ, ਦੂਜਾ ਕਹਿੰਦਾ ਸੀ ਤੀਜਾ ਉਹਨੂੰ ਕੱਟਦਾ ਸੀ। ਇਹ ਜਦੋਂ 4 ਸੈਂਟਰ ਕਾਰਨਰਡ ਕੰਟੈਸਟ ਹੋ ਜੇ, ਤੁਸੀਂ ਉਸ ਪਾਰਟੀ ਦਾ ਭਲਾ ਕੀ ਸਮਝਦੇ ਹੋ? ਅੱਜ ਕਹਿ ਰਹੇ ਨੇ ਕਿ ਟਿਕਟਾਂ ਦੀ ਅਨਾਉਂਸਮੈਂਟ ਕਾਂਗਰਸ ਵੀ ਕਰ ਰਹੀ ਹੈਗੀ ਹੈ। ਕੱਲ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ, ਉਸ ਦੇ ਵਿੱਚ ਵੀ ਬਹੁਤ ਰੌਲਾ ਪਿਆ। ਪ੍ਰਤਾਪ ਬਾਜਵਾ ਔਰ ਸੁਨੀਲ ਜਾਖੜ ਦੇ ਵਿੱਚ ਵੀ ਤੂੰ ਮੈਂ ਕਾਫੀ ਹੋਈ ਹੈਗੀ ਹੈ। ਔਰ ਪ੍ਰਤਾਪ ਬਾਜਵਾ ਨੂੰ ਸੁਨੀਲ ਜਾਖੜ ਨੇ ਕਹਿੰਦੇ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਨੂੰ ਸਿਕਿਉਰਿਟੀ ਕਿਵੇਂ ਮਿਲੀ ਹੋਈ ਹੈ। ਕਹਿੰਦੇ ਗਾਂਧੀ ਪਰਿਵਾਰ ਦੀ ਸਿਕਿਉਰਿਟੀ ਵਿਡਰਾਅ ਹੋ ਗਈ, ਪ੍ਰਤਾਪ ਬਾਜਵਾ ਦੀ ਸਿਕਿਉਰਿਟੀ ਕਿਉਂ ਹੈਗੀ ਹੈ ਔਰ ਇਹ ਵੀ ਪਤਾ ਕਰੋ ਕਿੱਥੇ ਬੀਜੇਪੀ ਦੀ ਹੀ ਸੈਟਿੰਗ ਤਾਂ ਨਹੀਂ ਹੈਗੀ। ਇਹ ਵੀ ਹੁਣ ਚੀਜ਼ਾਂ ਨਿਕਲ ਕੇ ਸਾਹਮਣੇ ਆ। ਦੇਖੋ, ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਪਰ ਮੈਂ ਇਹ ਸਮਝਦਾ ਵੀ ਜੇ ਇਸ ਲੈਵਲ ਤੱਕ ਇਹੋ ਜਿਹੀਆਂ ਗੱਲਾਂ ਹੁੰਦੀਆਂ ਤੇ ਇਹ ਤੋਂ ਵੱਡੀ ਗਿਰਾਵਟ ਕੋਈ ਨਹੀਂ। ਤੁਸੀਂ ਪਾਰਟੀ ਦੇ ਪ੍ਰੋਗਰਾਮਸ ਨੂੰ ਕਿੱਦਾਂ ਲੈ ਕੇ ਤੁਸੀਂ ਗਾਂਹ ਜਾਣਾ। ਜੇ ਤੁਸੀਂ ਅੱਜ ਮੈਂ ਇਹੋ ਹੀ ਗੱਲ ਕਹਿ ਰਿਹਾ, ਤੁਸੀਂ ਆ ਗਏ ਉਸ ਗੱਲ ਤੇ ਵੀ ਜਿਹੜੀ ਪਾਰਟੀ ਅੱਜ ਇਸ ਤੇ ਇੱਕ ਦੂਜੇ ਨੂੰ ਅਕਿਊਜ਼ ਕਰ ਰਹੀ ਹੈ, ਉਹ ਇਕੱਠੇ ਕਿੱਦਾਂ ਚੱਲੇਗੀ? ਜੇ ਤੁਸੀਂ ਇਕੱਠੇ ਨਹੀਂ ਚੱਲ ਸਕਦੇ, ਤੁਸੀਂ ਇਲੈਕਸ਼ਨ ਕਿੱਦਾਂ ਜਿੱਤੋਗੇ? ਕਿ ਕਾਂਗਰਸ ਇੱਕੋ ਪਲੇਟਫਾਰਮ ਦੇ ਉੱਤੇ ਇਹ 22 ਦੀਆਂ ਚੋਣਾਂ ਨਹੀਂ ਲੜ ਪਾਊਗੀ। ਚੰਨੀ ਕਹਿੰਦੇ ਨੇ 111 ਕਾਂਗਰਸ ਦੁਬਾਰਾ, ਸਿੱਧੂ ਕਹਿੰਦੇ ਨੇ ਪੰਜਾਬ ਮਾਡਲ, ਬਾਕੀ ਲੀਡਰਸ ਆਪਣੀ ਕੋਈ ਗੱਲ ਕਹਿ ਰਹੇ ਨੇ, ਸੁਨੀਲ ਜਾਖੜ ਕੁਝ ਹੋਰ ਕਹਿੰਦੇ ਨੇ, ਮਨੀਸ਼ ਤਿਵਾਰੀ ਦਾ ਆਪਣਾ ਬਿਆਨ ਆ ਜਾਂਦਾ ਹੈ। ਅਜੇ ਪ੍ਰਤਾਪ ਬਾਜਵਾ ਉਹਨਾਂ ਦੀ ਗੱਲ ਕਰੀਏ ਤਾਂ ਉਹ ਅਜੇ ਮੂੰਹ ਨਹੀਂ ਖੋਲ ਰਹੇ, ਉਹ ਚੁੱਪ ਹੀ ਬੈਠੇ ਹੋਏ ਨੇ। ਕੀ ਲੱਗਦਾ ਸਾਰੇ ਇੱਕੋ ਪਲੇਟਫਾਰਮ ਤੇ ਆ ਪਾਉਣਗੇ? ਸਵਾਲ ਹੀ ਪੈਦਾ ਨਹੀਂ। ਪਲੇਟਫਾਰਮ ਹੀ ਅੱਡ-ਅੱਡ ਨੇ। ਉਹ ਪਲੇਟਫਾਰਮ ਵਾਲਾ ਜਿਹੜੀ ਟਿਕਟ ਹੈ ਨਾ, ਉਹ ਅੱਡ-ਅੱਡ ਹੈ ਸਾਰਿਆਂ ਦੀ ਜੇਬ ਦੇ ਵਿੱਚ। ਇਹ ਇੱਕ ਐਵੇਂ ਮੌਕੇ ਦਾ ਹੁਣ ਤੁਸੀਂ ਵੇਖ ਲਓਗੇ, ਇਸ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਨਜ਼ਰ ਆ ਜਾਏਗਾ। ਵੇਖੋ, ਮੈਂ ਇਹ ਨਹੀਂ ਗੱਲ ਕਹਿਣਾ, ਜਦੋਂ ਸੀਨੀਅਰ ਲੀਡਰਸ ਦੀ ਆਪਸ ਨਾਲ ਤਾਲਮੇਲ ਨਾ ਹੋਵੇ, ਮੇਰੀ ਇੱਜ਼ਤ ਤੁਹਾਡੇ ਲਈ ਨਹੀਂ, ਤੁਹਾਡੀ ਇੱਜ਼ਤ ਮੇਰੇ ਲਈ ਨਹੀਂ, ਅਸੀਂ ਇੱਕ ਦੂਜੇ ਨੂੰ ਕੱਟਣ ਲਈ, ਮੈਂ ਕਹਾਂ ਮੇਰੇ ਆ ਬੰਦਿਆਂ ਨੂੰ ਟਿਕਟਾਂ ਦਿਓ, ਤੁਸੀਂ ਕਹੋ ਜੇ ਉਹਨਾਂ ਨੂੰ ਮਿਲ ਗਈ ਮੈਂ ਇਹਨੂੰ ਹਰਾਣਾ। ਕਿ ਕਾਂਗਰਸ ਨੂੰ ਹਮੇਸ਼ਾ ਕਾਂਗਰਸ ਮਾਰਦੀ ਹੈ। ਪੰਜਾਬ ਮਾਡਲ ਠੀਕ ਲੱਗਦਾ ਹੈ ਫਤਿਹ ਜੰਗ ਬਾਜਵਾ ਨੂੰ ਜਿਸ ਤਰੀਕੇ ਦੇ ਨਾਲ ਪੰਜਾਬ ਮਾਡਲ ਪ੍ਰੈਜ਼ੈਂਟ ਕਰ ਰਹੇ ਨੇ? ਮੈਨੀਫੈਸਟੋ ਹਾਲਾਂਕਿ ਕਮੇਟੀ ਨੂੰ ਗਠਨ ਕੀਤਾ ਗਿਆ, ਪਰ ਐਦਾਂ ਲੱਗਦਾ ਐਲਾਨ ਸਾਰੇ ਸਿੱਧੂ ਦੇ ਆਪ ਦੇ ਨੇ। ਜਾਂਦੇ ਨੇ ਕਿਤੇ ਰੈਲੀ ਕਰਦੇ ਨੇ, ਉੱਥੇ ਉਮੀਦਵਾਰ ਵੀ ਐਲਾਨ ਦਿੰਦੇ ਨੇ। ਤੁਹਾਨੂੰ ਵੀ ਸ਼ਾਇਦ ਐਲਾਨ ਤਾਂ ਸੀਗਾ, ਪਰ ਤੁਸੀਂ ਕਿੰਨਾ ਕਾਰਨਾ ਕਰਕੇ ਬੀਜੇਪੀ ਦੇ ਵਿੱਚ ਆਏ। ਸਿੱਧੂ ਐਲਾਨ ਤਾਂ ਕਰ ਰਹੇ ਨੇ, ਪਰ ਕੀ ਐਲਾਨ ਲੱਗਦਾ ਵਾਇਬਲ ਹੈਗੇ ਨੇ? ਇਹ ਪੰਜਾਬ ਮਾਡਲ ਲਾਗੂ ਹੋ ਜਾਊਗਾ ਜੋ ਗੱਲਾਂ ਕਰਦੇ ਨੇ? ਦੇਖੋ, ਸਿੱਧੂ ਭਾਈ ਸਾਹਿਬ ਦਾ ਪੰਜਾਬ ਮਾਡਲ ਦਾ ਗੱਲ ਕਹਿਣੀ ਬਿਲਕੁਲ ਬੇਤੁਕੀ ਹੈ। ਮੈਂ ਕਿਸੇ ਨੂੰ ਸਵੇਰ ਦੇ ਪਹਿਰ ਦੇ ਵਿੱਚ ਮੈਂ ਕਿਹਾ ਤਾਰੇ ਵੇਖਦੇ ਨੇ, ਤੁਹਾਨੂੰ ਵੇਖਦੇ ਨਾ, ਤੁਸੀਂ ਕਿਹਾ ਹਾਂ ਵੇਖ ਰਹੇ ਨੇ, ਲੱਗ ਰਿਹਾ ਵੀ ਤਾਰੇ ਨੇ। ਕੋਈ ਮਾਡਲ ਨਹੀਂ, ਕੋਈ ਪੰਜਾਬ ਮਾਡਲ ਨਹੀਂ, ਕੋਈ ਸਿਰ ਨਹੀਂ, ਕੋਈ ਪੈਰ ਨਹੀਂ। ਪੰਜਾਬ ਮਾਡਲ ਤਾਂ ਹੁੰਦਾ ਤੁਸੀਂ ਇੱਕ ਚੀਜ਼ ਦੀ ਗੱਲ ਕਰਦੇ ਹੋ, ਉਹਦੇ ਨਾਲ ਉਦਾਹਰਨ ਦਿੰਦੇ ਹੋ ਵੀ ਇੱਦਾਂ ਅਸੀਂ ਵੀ ਆਹ ਪੈਸੇ ਇਕੱਠੇ ਕਰਾਂਗੇ। ਮੈਨੂੰ ਸੁਪਨਾ ਆਇਆ ਵੀ ਮੈਂ ਇੱਦਾਂ ਪੰਜਾਬ ਨੂੰ ਠੀਕ ਕਰ ਸਕਦਾ, ਪਰ ਉਹ ਸੁਪਨਾ ਦਾ ਬੇਸ ਕੀ ਹੈ? ਬੇਸ ਕੋਈ ਨਹੀਂ, ਪਾਰਟੀ ਮੰਨਦੀ ਨਹੀਂ, ਮੈਨੀਫੈਸਟੋ 'ਚ ਉਹਨੂੰ ਦਰਜ ਨਹੀਂ ਕੀਤਾ ਜਾਂਦਾ। ਤੇ ਕਾਹਦੀ ਪਾਰਟੀ, ਕਿਹੜਾ ਮਾਡਲ? ਇਹ ਮਾਡਲ ਇਹਨਾਂ ਦਾ ਕਾਂਗਰਸ ਮਾਡਲ ਰਹਿ ਜਾਣਾ। ਇਹ ਕਾਂਗਰਸ ਜਿਹੜੀ ਹੈ ਨਾ, ਵਿਕਰਮ ਮਜੀਠੀਆ ਕਹਿੰਦੇ ਇਹ ਪੰਜਾਬ ਮਾਡਲ ਨਹੀਂ, ਇਹ ਬੱਕਰੀ ਮਾਡਲ ਹੈ। ਮੈਂ ਇਹਦੇ ਵਿੱਚ ਜ਼ਿਆਦਾ ਨਜ਼ਰ ਆਉਂਦੀ। ਤੁਹਾਨੂੰ ਮਹਿਸੂਸ ਹੁੰਦਾ? ਗੱਲ ਤੇ ਠੀਕ ਹੀ ਕਹਿੰਦੇ ਨੇ। ਕਿਤੇ ਨਾ ਕਿਤੇ ਜਿਹੜੀ ਗੱਲ ਹੈ ਨਾ, ਕਦੀ ਮੈਂ ਨਹੀਂ ਹੋਣੀ ਚਾਹੀਦੀ। ਇਟ ਸ਼ੁੱਡ ਬੀ ਬੇਸਿਕ। ਰੈਲੀ ਕਰਵਾਈ ਸੀ ਤੁਸੀਂ, ਤਾਂ ਰੈਲੀ ਕਰਵਾਈ ਸੀ ਉਹਨਾਂ ਦੀ, ਤੁਸੀਂ ਤਾਂ ਬੁਲਾਇਆ ਸੀਗਾ। ਉਹਨਾਂ ਨੇ ਵੀ ਇੱਥੇ ਆ ਕੇ ਬੜੇ ਵੱਡੇ ਭਾਸ਼ਣ ਦਿੱਤੇ। ਲੱਗਦਾ ਕਿ ਉਹ ਗਲਤੀ ਕਰਤੀ ਫਿਰ ਤੁਸੀਂ ਵੀ? ਦੇਖੋ, ਗੱਲ ਗਲਤੀ ਦੀ ਨਹੀਂ, ਗੱਲ ਕੋਈ ਨਹੀਂ। ਪਾਰਟੀ ਦੇ ਪ੍ਰਧਾਨ ਨੇ। ਜਿੱਥੇ ਨਵਜੋਤ ਸਿੰਘ ਸਿੱਧੂ ਦੀ ਆਪਣੀ ਗੱਲ ਹੈ, ਉੱਥੇ ਮੰਨਣੀ ਵੀ ਚਾਹੀਦੀ ਹੈ। ਜਿੱਥੇ ਮੈਂ ਵਾਲੀ ਗੱਲ ਆਉਂਦੀ ਹੈ, ਉੱਥੇ ਕਲੈਕਟਿਵ
ਇਸ਼ੂ ਹੁੰਦਾ ਹੈ। ਮੈਂ ਕਿ ਸਿਆਸਤਦਾਨ ਤੁਹਾਨੂੰ ਐਜ਼ ਅ ਸਿਆਸਤਦਾਨ ਨਵਜੋਤ ਸਿੱਧੂ ਕਿਹੋ ਜਿਹੇ ਲੱਗਦੇ ਨੇ? ਲੱਗਦਾ ਹੈ ਕਿ ਇੱਕ ਮੈਚਿਓਰ ਲੀਡਰ ਹੈਗੇ ਨੇ, ਸਭ ਨੂੰ ਨਾਲ ਲੈ ਕੇ ਚੱਲਦੇ ਨੇ, ਜਾਂ ਫਿਰ ਇਹ ਜਿਵੇਂ ਸੁਖਬੀਰ ਬਾਦਲ ਕਹਿੰਦੇ ਨੇ ਮਿਸਗਾਈਡਡ ਮਿਜ਼ਾਈਲ ਹੈ, ਪਤਾ ਨਹੀਂ ਕਿੱਥੇ ਚੱਲ ਜਾਣੀ ਹੈ, ਤੁਹਾਨੂੰ ਵੀ ਉਹੀ ਨਜ਼ਰ ਆਉਂਦਾ? ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ। ਦੇਖੋ ਮੇਰੇ ਮਿੱਤਰ ਰਹੇ ਨੇ, ਮੈਂ ਉਹਨਾਂ ਦੀ ਇੱਜ਼ਤ ਕਰਦਾ, ਔਰ ਮੈਂ ਕਦੀ ਵੀ ਇਹੋ ਜਿਹੀ ਕੋਈ ਗੱਲ ਨਹੀਂ ਕਰਾਂਗਾ ਜਿਹੜੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਏਗੀ। ਮੈਂ ਪ੍ਰਗਟ ਸਿੰਘ ਨਹੀਂ। ਕਿਉਂਕਿ ਉਹ ਤਾਂ ਕਹਿ ਗਏ ਸੀ ਕਿ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਰੈਲੀ ਕਰਕੇ ਆਏ ਤੇ ਫਤਿਹ ਜੰਗ ਬਾਜਵਾ ਬੀਜੇਪੀ ਚਲੇ ਗਏ, ਕਹਿੰਦੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਟਿਕਟ ਕੱਟੀ ਜਾਣੀ ਹੈ, ਇਸ ਕਰਕੇ ਉਹ ਚਲੇ ਗਏ। ਚਲੋ ਜੇ ਮੇਰੇ ਭਰਾ ਨੇ ਇਹ ਸੋਚਿਆ ਤੇ ਉਹਨਾਂ ਦੀ ਮੁਬਾਰਕ, ਕਿਉਂਕਿ ਆਖਰੀ ਦਮ ਦਾ ਮੈਨੂੰ ਤਾਂ ਪਰਸੋਂ ਤੱਕ ਤਰਲੇ ਮਾਰਦੇ ਫਿਰਦੇ ਨੇ। ਆਓ ਜੀ ਕੌਣ ਤਰਲੇ ਮਾਰ? ਪਾਰਟੀ ਦੀ ਹਾਈ ਕਮਾਂਡ। ਦੇਖੋ ਮੇਰੀ ਇੱਕ ਗੱਲ ਨੂੰ ਸਮਝੋ, ਫਤਿਹ ਜੰਗ ਸਿੰਘ ਬਾਜਵਾ ਨੇ ਜਿੱਥੇ ਪੈਰ ਧਰਤਾ ਉੱਥੇ ਪੈਰ ਧਰਤਾ। ਰਹਿੰਦੇ ਕਾਂਗਰਸ ਅਪਰੋਚ ਕਰ ਰਹੀ ਹੈ ਤੁਹਾਨੂੰ? ਕਾਂਗਰਸ ਛੱਡ ਕੇ ਤੇ ਜਾਨ ਨਿਕਲੀ ਪਈ ਹੈ। ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਵੀ ਪੰਜਾਬ 'ਚ ਹੋਣਾ ਕੀ ਹੈ। ਜਾਓ ਜੇ ਫਤਿਹ ਜੰਗ ਸਿੰਘ ਬਾਜਵਾ, ਮੈਂ ਦਾਅਵੇ ਨਾਲ ਕਹਿਣਾ, ਇਹਨਾਂ ਨੂੰ ਪਟਕਾਣਾ ਮਾਰੇਗੀ ਤੇ ਫਿਰ ਗੱਲ ਕਰਿਓ। ਅਸੀਂ ਆਂਦਿਆਂ ਜਿੱਦਣ ਮੈਂ ਦਾਖਲ ਹੋਇਆ, ਆਂਦਿਆਂ ਮੇਅਰ ਬਣਾਇਆ ਚੰਡੀਗੜ੍ਹ ਦਾ। ਇਸ ਪਾਰਟੀ ਦੀ ਮਿਹਰਬਾਨੀ ਇਹਨਾਂ ਦੀ। ਦੇਖੋ ਮੇਅਰ ਵੀ ਕਿਵੇਂ ਬਣਿਆ? ਕਹਿੰਦੇ ਹਾਰਸ ਟ੍ਰੇਡਿੰਗ ਬੀਜੇਪੀ ਦੀ ਆਦਤ ਹੈਗੀ ਆ, ਉਹੀ ਹਾਰਸ ਟ੍ਰੇਡਿੰਗ ਉਹਨਾਂ ਨੇ ਕੀਤੀ ਹੈ, ਖਰੀਦੋ ਫਰੋਖਤ ਦੇ ਵਿੱਚ ਮੇਅਰ ਬਣਾ ਦਿੱਤਾ। ਬੇਤੁਕੀਆਂ ਗੱਲਾਂ ਕਰਨੀਆਂ ਇਹ ਇਹਨਾਂ ਲੋਕਾਂ ਦਾ ਕੰਮ ਹੈ। ਤੁਸੀਂ ਇੱਕ ਗੱਲ ਮੰਨੋ ਵੀ ਤੁਹਾਡੀ ਹਾਰ ਹੋਈ ਹੈ, ਤੁਸੀਂ ਆਪਣੇ ਬੰਦਿਆਂ ਨੂੰ ਕਲੈਕਟਿਵਲੀ ਰੱਖ ਨਹੀਂ ਸਕਦੇ, ਤੁਹਾਡੇ ਕੋਲ ਡਾਇਰੈਕਸ਼ਨ ਹੀ ਕੋਈ ਨਹੀਂ, ਤੁਸੀਂ ਹੈ ਹੀ ਨਹੀਂ ਇਕੱਠੇ। ਬਬਲਾ ਜੀ ਮੇਰੇ ਛੋਟੇ ਭਰਾ ਨੇ, ਮੈਂ ਉਸੇ ਦਿਨ ਉਹਨਾਂ ਨੂੰ ਇੱਕ ਬੇਸਿਕ ਰਾਏ ਦਿੱਤੀ। ਮੈਂ ਕਿਹਾ ਬਬਲਾ ਜੀ ਕੋਈ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ, ਉਹਨੇ ਵੀ 22 ਸਾਲ ਕਾਂਗਰਸ ਚਲਾਏ ਨੇ, ਉਹਨੂੰ ਵੀ ਪਤਾ ਹੈ ਵੀ ਮੇਰਾ ਹਰ ਰਾਹ ਕਾਂਗਰਸ ਦਾ ਜਿਹੜਾ ਇੱਥੇ ਲੀਡਰ ਡੱਕਦਾ ਹੈ ਵੀ ਬਬਲਾ ਕਿਤੇ ਤਗੜਾ ਨਾ ਹੋ ਜਾਏ, ਬਬਲਾ ਕਿਤੇ ਆਹ ਨਾ ਕਰ ਲੈ। ਦੇਖੋ ਲੀਡਰ ਨੂੰ ਕਹਿੰਦੇ ਨੇ ਪੰਛੀ ਨੂੰ ਉੱਡਣ ਨਾ ਦਿੱਤਾ ਜਾਏ ਤੇ ਪੰਛੀ ਫਿਰ ਇੱਕ ਪਿੰਜਰੇ ਦਾ ਪੰਛੀ ਰਹਿ ਜੂ। ਜੇ ਪੰਛੀ ਨੂੰ ਬਾਜ ਉਡਾਰੀਆਂ ਮਾਰਦਾ ਤੇ ਫਿਰ ਉਹ ਆਪਣਾ ਸ਼ਿਕਾਰ ਵੀ ਤੇ ਕਰਕੇ ਆਪਣਾ ਕੰਮ ਸਾਰਦਾ, ਤੇ ਬਾਜ ਨੂੰ ਲੋਕ ਜਾਣਦੇ ਨੇ। ਤੁਸੀਂ ਉਡਾਰੀ ਮਾਰ ਲਈ, ਤੁਸੀਂ ਕਾਂਗਰਸ ਚੋਂ ਬੀਜੇਪੀ ਦੇ ਵਿੱਚ ਆ ਗਏ। ਤੁਹਾਡੇ ਮਿੱਤਰ ਬਲਵਿੰਦਰ ਲਾਡੀ, ਜਿਨ੍ਹਾਂ ਦੇ ਵਾਸਤੇ ਤੁਸੀਂ ਸਾਲ 2012 ਦੇ ਵਿੱਚ ਮੈਨੂੰ ਲੱਗਦਾ ਕੈਂਪੇਨ ਵੀ ਕੀਤੀ ਸੀਗੀ, ਬਹੁਤ ਮਿਹਨਤ ਕੀਤੀ ਸੀ ਉਹਨਾਂ ਦੀ ਤੁਸੀਂ, ਕੀ ਹੋਇਆ ਅਜਿਹਾ ਕਿ 5 ਦਿਨਾਂ ਦੇ ਵਿੱਚ ਘਰ ਵਾਪਸੀ ਕਰ ਲਈ ਉਹਨਾਂ ਨੇ? ਕਿਉਂ ਸਾਥ ਛੱਡ ਕੇ ਚਲੇ ਗਏ? ਅੱਜ ਬਲਵਿੰਦਰ ਲਾਡੀ ਕਿੱਥੇ ਹੈ ਇਹ ਵੇਖੋ। ਇਹ ਸਵਾਲ ਦਾ ਜਵਾਬ ਉਹ ਦੇਣਗੇ। ਮੈਂ ਤਾਂ ਬਲਵਿੰਦਰ ਲਾਡੀ ਨੂੰ ਕਿਤੇ ਲੈ ਜਾਂਦਾ, ਕਿਤੇ ਮੰਜ਼ਿਲ ਤੇ ਪਹੁੰਚਾ ਦਿੰਦਾ। ਇਹੋ ਹੀ ਕਾਂਗਰਸ ਨੇ ਉਹਨੂੰ ਝੂਠ ਬੋਲ ਕੇ, ਇਹ ਕਾਂਗਰਸ ਨੂੰ ਕਰ ਕਰਾ ਕੇ ਵੀ ਤੇਰੀ ਟਿਕਟ ਤੈਨੂੰ ਦਿੱਤੀ, ਕਿਉਂ ਤੂੰ ਚਲਾ ਗਿਆ ਫਲਾਣ, ਤੇ ਟਿਕਟ ਕੱਟ ਕੇ ਆਉ ਮਾਰੀ ਆ ਜਿਹੜੀ ਤੁਹਾਡੇ ਸਾਹਮਣੇ ਅੱਜ ਲਿਸਟ। ਇਹ ਦੇਖੋ ਜੇ ਲਾਡੀ ਨੂੰ ਟਿਕਟ ਨਹੀਂ ਮਿਲ ਰਹੀ, ਜੇ ਦੇ ਦੇਣ ਮੈਂ ਜਾਓ ਜੋ ਡੰਡ ਦੇਣ ਨੂੰ ਤਿਆਰ ਹਾਂ। ਫਿਰ ਕਰਾ ਲੋਗੇ ਬੀਜੇਪੀ ਸ਼ਾਮਲ? ਮੈਂ ਕਿਉਂ ਕਰਾਵਾਂਗਾ? ਮੌਕਾ ਦਿੱਤਾ ਹੈ ਬਲਵਿੰਦਰ ਲਾਡੀ ਨੇ। ਬਿਲਕੁਲ ਮੈਂ ਨਾ ਧੋਖੇ ਦੀ ਨਹੀਂ, ਮੈਂ ਲੈ ਕੇ ਜ਼ਰੂਰ ਗਿਆ ਔਰ ਮੇਰੇ ਨਾਲ ਚੱਲਣ ਦੇ ਅਸੀਂ ਇਕੱਠੇ ਚੱਲਦੇ ਰਹੇ, ਮੈਂ ਉਹਦੀ ਮਦਦ ਕਰਦਾ ਰਿਹਾ। ਮੈਂ ਕੱਲ ਵੀ ਉਹਨੂੰ ਟਿਕਟ ਦਵਾ ਕੇ, ਤੇ ਮੈਂ ਸ੍ਰੀ ਹਰਗੋਬਿੰਦਪੁਰ ਤੋਂ, ਮੇਰੀ ਇੰਨੀ ਕੁ ਗੁਰੂ ਮਹਾਰਾਜ ਦੀ ਕਿਰਪਾ ਹੈ ਵੀ ਲੋਕ ਪਿਆਰ ਕਰਦੇ ਨੇ। ਚਾਹੇ ਤੁਸੀਂ ਕਹਿੰਦੇ ਹੋ ਨਾ ਕਿਸਾਨਾਂ ਦੇ ਪ੍ਰਤੀ ਉਹਨਾਂ ਦਾ ਬੀਜੇਪੀ ਦਾ ਕੀ ਰਵੱਈਆ ਰਿਹਾ। ਇੱਕ ਵਾਹਦ ਪ੍ਰਾਈਮ ਮਿਨਿਸਟਰ ਹੈ ਜਿਸ ਨੇ ਮਾਫੀ ਮੰਗ ਕੇ ਗੁਰਪੁਰਬ ਵਾਲੇ ਦਿਨ ਸਾਰੀ ਸੰਗਤ ਕੋ, ਸਾਰੇ ਫਾਰਮਰਸ ਕੋ, ਔਰ ਇਹ ਗੱਲ ਕਹੀ ਵੀ ਮੈਂ ਕਾਨੂੰਨ ਵਾਪਸ ਲੈਣਾ। ਮੈਂ ਤੁਹਾਨੂੰ ਸਮਝਾ ਨਹੀਂ ਸਕਿਆ, ਮੈਂ ਤੁਹਾਡੀ ਬਿਹਤਰੀ ਲਈ ਬਣਾਏ ਸੀ ਜਾਂ ਤੁਸੀਂ ਸਮਝ ਨਹੀਂ ਪਾਏ, ਮੈਂ ਉਹਦੀ ਉਸ ਚੀਜ਼ ਦੀ ਮਾਫੀ ਮੰਗਣਾ। ਬਾਈ ਸਾਹਿਬ ਇਹ ਵੀ ਹੁਣ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ, ਉਹ ਕਹਿੰਦੀ ਹੈ ਕਿ ਬੀਜੇਪੀ ਕਿਸਾਨਾਂ ਦੀ ਮਦਦ ਕਰ ਰਹੀ ਹੈ। ਕਹਿੰਦੇ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਕਿਸੇ ਵੀ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ, ਤਾਂ ਕਹਿੰਦੇ ਕਿਸਾਨਾਂ ਦੀ ਪਾਰਟੀ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਬੀਜੇਪੀ ਕਰਵਾ ਰਹੀ ਹੈ ਤਾਂ ਕਿ ਨੁਕਸਾਨ ਆਮ ਆਦਮੀ ਪਾਰਟੀ ਨੂੰ ਪਹੁੰਚਾਇਆ ਜਾਵੇ ਔਰ ਬਾਅਦ ਦੇ ਵਿੱਚ ਫਿਰ ਇਹਨਾਂ ਦਾ ਪੋਸਟ ਅਲਾਈਅੰਸ ਹੋ ਸਕਦਾ ਹੈ। ਤੁਸੀਂ ਇਹ ਗੱਲ ਆਪਣੇ ਮੂੰਹੋਂ ਕਹਿੰਦੇ ਆ ਨਾ, ਮੈਂ ਤਾਂ ਹਮੇਸ਼ਾ ਕਹਿੰਦਾ ਵੀ ਬੀਜੇਪੀ ਰਹੀ ਆਪਣਾ ਫਾਰਮਰਸ ਦੇ ਪ੍ਰਤੀ ਉਹਨਾਂ ਦੇ ਪਿਆਰ ਕਰਦੀ ਹੈ। ਪੋਲੀਟੀਕਲੀ ਮੈਂ ਨਹੀਂ ਇਹ ਗੱਲ ਮੰਨਦਾ ਵੀ ਪੋਲੀਟੀਕਲੀ ਉਹ ਕੋਈ ਇਹਦੇ ਵਿੱਚੋਂ ਬੈਨੀਫਿਟ ਲੈਣਾ ਚਾਹੁੰਦੇ ਜਾਂ ਕੋਈ ਕਰਨਾ ਚਾਹੁੰਦੇ। ਉਹ ਇਲੈਕਸ਼ਨ ਕਮਿਸ਼ਨ ਦਾ ਮਸਲਾ ਹੈ, ਉਹਨਾਂ ਨੇ ਕਰਨਾ। ਬੀਜੇਪੀ ਕਿਸਾਨਾਂ ਨਾਲ ਪਿਆਰ ਕਰਦੀ ਹੈ। ਵਕਤੀ ਤੌਰ ਤੇ ਕੁਝ ਡਿਸੀਜਨਸ ਕਿਸੇ ਨੂੰ ਠੀਕ ਹੁੰਦੇ ਨੇ, ਨਹੀਂ ਹੁੰਦੇ, ਉਹ ਹੋ ਸਕਦਾ ਹੈ, ਪਰ ਅਲਟੀਮੇਟਲੀ ਯੂ ਵਿਲ ਸੀ ਹਿੰਦੁਸਤਾਨ ਦੇ ਵਿੱਚ ਜੇ ਕਿਸਾਨੀ ਲਈ ਸਵਾਮੀਨਾਥਨ ਕਮਿਸ਼ਨਸ ਜੇ ਕੋਈ ਕਰੇਗਾ। 5 ਦਸੰਬਰ ਨੂੰ ਇਹੀ ਤਾਂ ਪ੍ਰਾਈਮ ਮਿਨਿਸਟਰ ਦੇਣ ਆਏ ਸੀ। 5 ਜਨਵਰੀ ਨੂੰ ਅਜਿਹਾ ਕੀ ਹੋਇਆ ਕਿ ਲੋਕ ਉੱਥੇ ਨਹੀਂ ਪਹੁੰਚੇ ਔਰ ਫਿਰ ਪੀਐਮ ਮੋਦੀ ਦਾ ਕਾਫਲਾ ਵੀ ਜਿਹੜਾ ਹੈਗਾ ਉਹ ਰੋਕ ਲਿੱਤਾ ਗਿਆ? ਕਿਵੇਂ ਇਸ ਘਟਨਾ ਨੂੰ ਦੇਖਦੇ ਹੋ? ਇਹ ਬਹੁਤ ਇੱਕ ਹਾਈਲਾਈਟਡ ਇਸ਼ੂ ਮੈਨੂੰ ਲੱਗਦਾ ਵਰਲਡ ਲੈਵਲ ਦੇ ਉੱਤੇ ਬਣ। ਇਹ ਸਾਰੇ ਇਸ਼ੂ ਦੇ ਪਿੱਛੇ ਕਾਂਗਰਸ ਦਾ ਸਾਰਾ ਹੱਥ ਸੀ। ਮੈਂ ਦਾਅਵੇ ਨਾਲ ਕਹਿ ਸਕਦਾ ਕਾਂਗਰਸ ਦੇ ਐਮਐਲਏਜ਼, ਕਾਂਗਰਸ ਦੀ ਹਾਈ ਕਮਾਂਡ ਪੰਜਾਬ ਦੀ,
ਔਰ ਸਾਰੀ ਜਿਹੜੀ ਥੱਲੇ ਫੋਰਸਸ ਹੈਗੀਆਂ ਨੇ ਉਹ ਸਾਰਿਆਂ ਨੇ ਇਸ ਜਿਹੜੀ 5 ਜਨਵਰੀ ਵਾਲੇ ਜਿਹੜਾ ਚੀਫ ਪ੍ਰਾਈਮ ਮਿਨਿਸਟਰ ਦੀ ਫੇਰੀ ਸੀਗੀ ਹੁਸੈਨੀ ਵਾਲਾ, ਉਹਨੂੰ ਇਹਨਾਂ ਨੇ ਸੈਬੋਟਾਜ ਕੀਤਾ। 110% ਸੈਬੋਟਾਜ। ਚੰਨੀ ਕਹਿੰਦੇ ਕਿ 700 ਕੁਰਸੀਆਂ ਭਰੀਆਂ ਹੋਈਆਂ ਸੀਗੀਆਂ, ਕਹਿੰਦੇ ਇਸ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ। ਦੇਖੋ, ਗੱਲਾਂ ਕਰਨ ਨੂੰ ਜਿਹੜਾ ਮਰਜ਼ੀ ਜੋ ਮਰਜ਼ੀ ਕਹਿੰਦਾ ਫਿਰ ਇਹਨਾਂ ਨੇ ਇਹੋ ਕੁਝ ਹੀ ਕਹਿਣਾ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਸਾਂ ਜੇ ਰੋਕੀਆਂ ਗਈਆਂ ਤੇ ਉਹ ਕਿਹਨੇ ਰੋਕੀਆਂ? ਕਾਂਗਰਸ ਦੇ ਵਰਕਰਾਂ ਨੇ। ਉਹ ਕਿਸਾਨ ਬਣ ਕੇ ਆਏ। ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਦਿਨ ਪਹਿਲੇ ਉੱਥੇ ਸਾਰੇ ਬੋਲਿਆ ਗਿਆ, ਉਹ ਜਿਹੜੀ ਸਾਰੀ ਆਡੀਓ ਵਾਇਰਲ ਹੋਈ ਹੈ ਉਹ ਵੀ ਤੁਹਾਡੇ ਕੋਲ ਵੀ ਹੋਏਗੀ, ਪੁਲਿਸ ਕੋਲ ਵੀ ਹੈ, ਆਈਬੀ ਕੋਲ ਵੀ ਹੈ। ਉਹ ਮੈਸੇਜ ਲਾਏ ਗਏ, ਫਲਾਣੀ ਸੜਕ ਤੋਂ ਫਲਾਣੇ ਰੂਟ ਤੋਂ ਪ੍ਰਾਈਮ ਮਿਨਿਸਟਰ ਨੇ ਆਉਣਾ, ਉਹਨਾਂ ਦਾ ਆਪਾਂ ਜਾਣ ਨਹੀਂ ਦੇਣਾ, ਆਪਾਂ ਉਹਨਾਂ ਨੂੰ ਰੋਕਣਾ ਹੈ, ਉਹ ਕਿਸਾਨ ਦੇ ਵਿਰੋਧੀ ਨੇ, ਕਹਿ ਕੁਆ ਕੇ ਲੋਕਾਂ ਨੂੰ ਉਹਨਾਂ ਨੂੰ ਭੜਕਾ ਕੇ ਉੱਥੇ। ਤੁਸੀਂ ਇੱਕ ਮੈਨੂੰ ਦੱਸੋ, ਉੱਥੇ ਜਦੋਂ ਬੱਸਾਂ ਰੋਕੀਆਂ ਗਈਆਂ ਤੇ ਰੋਕ ਕੌਣ ਰਿਹਾ ਸੀ? ਪੁਲਿਸ। ਕਿਸਾਨ ਤੇ ਨਹੀਂ ਸੀ ਰੋਕ ਰਹੇ। ਤੁਸੀਂ ਮੈਨੂੰ ਦੱਸੋ ਕਿਸੇ ਕਿਸਾਨ ਨਾਲ ਝੜਪ ਹੋਈ? ਤੇ ਜੇ ਪੁਲਿਸ ਇਹ ਕੰਮ ਕਰਦੀ ਹੈ ਮੌਜੂਦਾ ਸਰਕਾਰ ਦੇ ਕਹਿਣ ਤੇ ਇਸ ਤੋਂ ਦੁਰਭਾਗਿਆ, ਇਸ ਤੋਂ ਘਟੀਆ ਗੱਲ ਕੀ ਹੋ ਸਕਦੀ ਹੈ ਵੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਪੰਜਾਬ ਨੂੰ 42,000 ਕਰੋੜ ਦੇ ਤੋਹਫੇ ਦੇਣ ਆਇਆ ਹੋਏ, ਕਿਸਾਨਾਂ ਦੀ ਗੱਲ ਕਰਨ ਆਇਆ ਹੋਏ, ਲੋਕਾਂ ਦੀ ਗੱਲ ਕਰਨ ਆਇਆ ਹੋਏ, ਨੌਜਵਾਨੀ ਦੀ ਗੱਲ ਕਰਨ ਆਇਆ ਹੋਏ, ਤੇ ਉਹ ਉਸ ਇਸ਼ੂ ਤੇ ਪ੍ਰਧਾਨ ਮੰਤਰੀ ਨੂੰ ਪਹੁੰਚੇ ਨਾ ਦਿੱਤਾ ਜਾਂਦਾ ਹੋਏ। ਹੁਸੈਨੀ ਵਾਲਾ ਹਿੰਦੂ ਸਿੱਖ ਏਕਤਾ ਦਾ ਇੱਕ ਮੁਜੱਸਮਾ ਹੈ, ਇੱਕ ਫਲੇਮ ਹੈ, ਜਿੱਥੇ ਸ਼ਹੀਦ ਭਗਤ ਸਿੰਘ। ਪਰ ਜਾਂਦੇ ਜਾਂਦੇ ਜਿਹੜਾ ਬਿਆਨ ਦੇ ਕੇ ਕਿ ਆਪਣੇ ਸੀਐਮ ਕੋ ਕਹਿਣਾ ਮੈਂ ਜ਼ਿੰਦਾ ਲौट ਕੇ ਜਾ ਰਹਾ ਹੂੰ, ਉਸਨੇ ਕਹਿੰਦੇ ਪੰਜਾਬੀਆਂ ਦੇ ਉੱਤੇ ਵੀ ਦਾਗ ਲਾ ਦਿੱਤਾ। ਪੰਜਾਬੀਆਂ ਨੂੰ ਕਿਸ ਤਰੀਕੇ ਨਾਲ ਲੋਕ ਫਿਰ ਕਮੈਂਟ ਕਰ ਰਹੇ ਹੈਗੇ ਨੇ, ਕਿਸ ਤਰੀਕੇ ਨਾਲ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਨੇ। ਤੇ ਪ੍ਰਾਈਮ ਮਿਨਿਸਟਰ ਕੀ ਕਹਿੰਦੇ ਵੀ ਮੈਂ ਫੁੱਲਾਂ ਦੀ ਮਾਲਾ ਚੀਫ ਮਿਨਿਸਟਰ ਦੇ ਗੱਲ ਦੇ ਵਿੱਚ ਪਾਉਂਦਾ। ਜੇ ਚੀਫ ਮਿਨਿਸਟਰ ਇੱਕ ਪ੍ਰਾਈਮ ਮਿਨਿਸਟਰ ਠੀਕ ਸੀ ਕਿ ਸੀਐਮ ਚ ਮੈਨੂੰ ਨਹੀਂ ਪਤਾ ਸਟੇਟਮੈਂਟ ਠੀਕ ਸੀ ਜਾਂ ਗਲਤ ਸੀ, ਪਰ ਇਹ ਜ਼ਰੂਰ ਗੱਲ ਸੀ ਵੀ ਜੇ ਚੀਫ ਮਿਨਿਸਟਰ ਆਫ ਪੰਜਾਬ ਇੱਕ ਪ੍ਰਾਈਮ ਮਿਨਿਸਟਰ ਦੀ ਵਿਜ਼ਨ ਨੂੰ ਸੈਬੋਟਾਜ ਕਰ ਸਕਦਾ, ਇਸ ਤੋਂ ਘਟੀਆ ਗੱਲ ਨਹੀਂ ਹੋ ਸਕਦੀ। ਜਿਸ ਤਰੀਕੇ ਦੇ ਨਾਲ ਪੀਐਮ ਮੋਦੀ ਨੇ ਐਲਾਨ ਕੀਤਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਵੇ, ਇਸ ਦੇ ਉੱਤੇ ਐਸਜੀਪੀਸੀ ਕਹਿ ਰਹੀ ਹੈ ਕਿ ਇਹ ਦਖਲਅੰਦਾਜ਼ੀ ਹੁਣ ਆਰਐਸਐਸ ਦੀ ਸਿੱਖ ਸੰਸਥਾ ਦੇ ਵਿੱਚ ਵੀ ਅੰਦਰ ਹੁੰਦੀ ਹੋਈ ਨਜ਼ਰ ਆ ਰਹੀ ਹੈਗੀ ਹੈ। ਸਾਡੇ ਕਹਿੰਦੇ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਪੁਰਬ ਹੈ ਉਹਨੂੰ ਅਸੀਂ ਸ਼ਹੀਦੀ ਪੁਰਬ ਹੀ ਕਹਿੰਦੇ ਆ, ਅਸੀਂ ਕੋਈ ਵੀਰ ਨਹੀਂ ਕਹਿੰਦੇ, ਬਾਲ ਨਹੀਂ ਕਹਿੰਦੇ, ਔਰ ਦਿਵਸ ਅਸੀਂ ਉਸ ਨੂੰ ਮਨਾਉਂਦੇ ਨਹੀਂ ਹੈਗੇ। ਕਹਿੰਦੇ ਜੇ ਐਲਾਨ ਕਰਨਾ ਸੀਗਾ ਤਾਂ ਘੱਟੋ ਘੱਟ ਸਲਾਹ ਮਸ਼ਵਰਾ ਹੀ ਕਰ ਲੈਂਦੇ। ਗੱਲ ਇਹ ਤਾਂ ਮੇਰਾ ਸਿਰ ਝੁਕਦਾ ਹੈ ਨਰਿੰਦਰ ਮੋਦੀ ਜੀ ਔਰ ਭਾਜਪਾ ਦੀ ਇਹ ਸੋਚ ਤੇ। ਇੰਨਾ ਵਧੀਆ ਉਹਨਾਂ ਫੈਸਲਾ ਲਿਆ, ਉਹਨਾਂ ਦੇ ਫੈਸਲੇ ਦੀ ਮੈਂ 100% ਤਾਈਦ ਕਰਦਾ। ਵੇਖੋ ਮੇਰੀ ਇਹ ਗੱਲ ਸੁਣੋ, ਕਿਸੇ ਪਾਰਟੀ ਨੇ ਇਸ ਤੋਂ ਪਹਿਲੇ ਸਾਡੇ ਸਾਹਿਬਜ਼ਾਦਿਆਂ ਲਈ ਜਿਹੜੀ ਸ਼ਹਾਦਤ ਹੈ ਉਸ ਨੂੰ ਵੀਰਤਾ ਕਹਿਣਾ ਕਿੱਡੀ ਵੱਡੀ ਮਾਣ ਦੀ ਗੱਲ ਹੈ। ਵਰਲਡ ਓਵਰ ਇੱਕ ਮੈਸੇਜ ਗਿਆ ਹੈ। ਇਫ ਯੂ ਸੀ ਵੀ ਪ੍ਰਾਈਮ ਮਿਨਿਸਟਰ ਸਾਹਿਬ ਸਿੱਖਾਂ ਨੂੰ ਆਪਣੀ ਗਲਵਕੜੀ 'ਚ ਲੈਣਾ ਚਾਹੁੰਦੇ ਨੇ ਤੇ ਉਹ ਆਪਣਾ ਹੱਥ ਅੱਗੇ ਕਰਦੇ ਨੇ, ਤੇ ਇਹ ਪਾਰਟੀਆਂ ਇਹ ਗੱਲ ਕਹਿਣ ਤੁਸੀਂ ਕਾਂਗਰਸ ਨੇ ਕਿਉਂ ਨਹੀਂ ਸਾਰੀ ਉਮਰ ਕਰਤਾ? ਸਾਰੀ ਉਮਰ ਸਿਰਫ ਉਹਨਾਂ ਨੇ ਤੇ ਦੰਗੇ ਹੀ ਕਰਾਏ ਨੇ ਨਾ, ਉਹਨਾਂ ਨੇ ਤੇ ਸਾਰਾ ਕੁਝ ਤੋੜਿਆ ਹੀ ਹੈ ਸਿੱਖਾਂ ਨੂੰ, ਉਹਨਾਂ ਨੂੰ ਵੱਡੇ ਵੱਡੇ ਘਾਵ ਦਿੱਤੇ ਨੇ। ਉਸੇ ਪਾਰਟੀ 'ਚ ਰਹੇ ਹੋ ਤੁਸੀਂ, ਉਸੇ ਪਾਰਟੀ 'ਚ ਰਹੇ ਹੋ। ਗੱਲ ਸੁਣੋ, ਅਸੀਂ ਵਿਦਨ ਪਾਰਟੀ ਵੀ ਰਹਿ ਕੇ ਇਸ ਚੀਜ਼ ਦਾ ਵਿਰੋਧ ਕਰਦੇ ਰਹੇ ਹਾਂ। ਅਸੀਂ ਆਪਣੇ ਪਰਿਵਾਰਾਂ ਦੇ ਬਲੀਦਾਨ ਦਿੱਤੇ ਨੇ। ਮੇਰੀ ਇਹ ਗੱਲ ਸੁਣ ਲਓ, ਅਸੀਂ ਹਮੇਸ਼ਾ ਸਿੱਖਾਂ ਦੇ ਪ੍ਰਤੀ ਜੇ ਇਸ ਪਾਰਟੀ ਕੋਈ ਕਰ ਰਹੀ ਹੈ ਤੇ ਵੀ ਵਰਲਡ ਓਵਰ ਇਸ ਦੀ ਸਰਾਹਨਾ ਕਰਨੀ ਚਾਹੀਦੀ ਹੈ। ਜੇ ਮੈਨੂੰ ਨਹੀਂ ਪਤਾ ਵੀ ਐਸਜੀਪੀਸੀ ਨੇ ਕਿਹਦੇ ਕਹਿਣ ਤੇ, ਸ਼ਾਇਦ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਕਹਿਣ ਤੇ ਇਹ ਬਿਆਨ ਦਿੱਤਾ। ਜੇ ਅੱਜ ਦਮਦਮੀ ਟਕਸਾਲ ਹੈ ਉਹ ਧੰਨਵਾਦ ਕਰ ਰਹੇ ਨੇ। ਸ਼ਹੀਦ ਭਗਤ ਸਿੰਘ ਦੇ ਪਿੰਡ ਦਾਸ ਨੂੰ ਬੁਲਾਇਆ ਗਿਆ ਸਪੈਸ਼ਲੀ, ਉੱਤੋਂ ਉਹਨਾਂ ਨੇ ਫੋਨ ਕੀਤਾ, ਉਹਨਾਂ ਨੇ ਕਿਹਾ ਜੀ ਸਾਡੇ ਫਤਿਹ ਜੰਗ ਸਿੰਘ ਬਾਜਵਾ ਸਾਨੂੰ ਰਿਪਰੈਜ਼ੈਂਟ ਕਰਨਗੇ। ਮੈਂ ਉੱਥੇ ਜਾ ਕੇ ਉਹਨਾਂ ਨੇ ਸਰੋਪਾ ਦਿੱਤਾ ਪ੍ਰਧਾਨ ਮੰਤਰੀ ਜੀ ਲਈ, ਤੇ ਕੀ ਉਹਨਾਂ ਨੇ ਕਿਹਾ ਵੀ ਸਿੱਖ ਜਗਤ ਤੁਹਾਡੀ ਇਸ ਗੱਲ ਦੀ ਇੱਜ਼ਤ ਕਰਦਾ, ਸਰਾਹਨਾ ਕਰਦਾ। ਟਿਕਟਾਂ ਕਦੋਂ ਅਨਾਉਂਸ ਕਰ ਰਹੀ ਹੈਗੀ ਹੈ, ਕਦੋਂ ਤੱਕ ਟਿਕਟਾਂ ਆ ਜਾਣਗੀਆਂ? 18 ਤਰੀਕ। ਫਤਿਹ ਜੰਗ ਬਾਜਵਾ ਕਾਦੀਆਂ ਤੋਂ ਹੀ ਲੜਨਗੇ ਚੋਣ, ਜਿੱਥੋਂ ਵੀ ਪਾਰਟੀ ਕਹੇਗੀ। ਇੱਦਾਂ ਤਾਂ ਨਹੀਂ ਹੋਊਗਾ ਕਹਿੰਦੇ ਕਿ ਲੋਕਾਂ ਨੂੰ ਦਿਖਾਵਾ ਇਹ ਕਰ ਦਿੱਤਾ ਜਾਵੇ ਕਿ ਹਾਂ ਅਸੀਂ ਵੱਖ-ਵੱਖ ਹੈਗੇ ਹਾਂ, ਪਰ ਦੋਵੇਂ ਭਰਾ ਸੈੱਟ ਨੈਸ਼ਨਲ ਪਾਰਟੀਆਂ ਦੇ ਵਿੱਚ ਹੋ ਜਾਣ, ਜਾ ਕੇ ਤੁਸੀਂ ਬੀਜੇਪੀ ਵਿੱਚ ਜਾ ਕੇ ਸੈੱਟ ਹੋਗੇ ਤੇ ਪ੍ਰਤਾਪ ਬਾਜਵਾ ਦਾ ਕਾਂਗਰਸ ਸੈੱਟ ਹੈਗੀ। ਇਹ ਕਿਉਂ ਤੁਹਾਡੀ ਮੀਡੀਆ ਦੀ ਸੋਚ ਇਹੋ ਜੀ ਹੈ? ਸਾਡੀ ਨਹੀਂ, ਲੋਕਾਂ ਦੀ ਸੋਚ, ਲੋਕਾਂ ਦੀ, ਵਿਰੋਧੀਆਂ ਦੀ ਸੋਚ ਹੈ। ਇਹ ਮੀਡੀਆ ਦੀ ਸੋਚ ਹੈ, ਇਹ ਗੱਲ ਬਣਾਉਂਦੀ ਹੈ। ਤੁਸੀਂ ਕਲੀਅਰ ਕਰੋ ਨਾ, ਫਿਰ ਤੁਸੀਂ ਸਿੱਧਾ ਓਪਨ ਚੈਲੰਜ ਦਿਓ ਕਿ ਹਾਂ ਮੈਂ ਕਾਦੀਆਂ ਤੋਂ ਹੀ ਲੜਾਂਗਾ ਔਰ ਇਸ ਸੀਟ ਤੇ ਇੱਕੋ ਹੀ ਪਰਿਵਾਰ ਦਾ ਕਬਜ਼ਾ ਹੋਊਗਾ। ਮੇਰੀ ਪਹਿਲੇ ਗੱਲ ਸੁਣੋ, ਕਬਜ਼ੇ ਅਸੀਂ ਕਬਜ਼ਿਆਂ ਵਾਲਿਆਂ 'ਚ ਨਹੀਂ,
ਅਸੀਂ ਇੱਕ ਗੱਲ ਕਹਿੰਦੇ ਆ, ਪਾਰਟੀ ਜਿੱਥੋਂ ਚੋਣ ਲੜਾਏਗੀ ਡਟ ਕੇ ਮੁਕਾਬਲਾ ਕਰਾਂਗੇ ਤੇ ਜਿੱਤ ਕੇ ਲਿਆ ਕੇ ਦਾਂਗੇ। ਅਸੀਂ ਤੇ ਆਪ ਕਹਿੰਦੇ ਆ। ਇਹ ਤੇ ਹੁਣ ਫਿਰ ਕਾਂਗਰਸ ਤੋਂ ਲੜ ਲੈਂਦੇ, ਫਿਰ ਕਾਂਗਰਸ ਦੇ ਵਿੱਚ ਕਿਉਂ ਨਹੀਂ ਲੜੀ ਤੁਸੀਂ? ਨਹੀਂ, ਕਾਂਗਰਸ ਜੇ ਕਹਿੰਦੀ ਕਿ ਤੁਸੀਂ ਚਲੋ ਅਸੀਂ ਸੋਚ ਲੈਂਦੇ ਆ ਕਿ ਤੁਹਾਨੂੰ ਅਸੀਂ ਗੁਰਦਾਸਪੁਰ ਬਟਾਲਾ ਕਿਸੇ ਵੀ ਪਾਸੇ ਦੇ ਦਿੰਦੇ ਆ, ਜੇ ਦੋਵਾਂ ਨੂੰ ਦੇਣੀ ਹੈਗੀ ਹੈ ਫਿਰ ਕਾਂਗਰਸ ਦੇ ਵਿੱਚ ਰਹਿ ਲੈਂਦੇ। ਕਿਉਂ ਰਹਿੰਦਾ ਵੇ? ਮੇਰੀ ਆਪਣੀ ਸੀਟ ਤੋਂ ਕਿਉਂ ਨਹੀਂ? ਮੈਂ ਤਾਂ ਗੱਲ ਇਹੀ ਸਟੈਂਡ ਤੁਸੀਂ ਬੀਜੇਪੀ 'ਚ ਵੀ ਰੱਖੋ ਨਾ ਕਿ ਮੈਂ ਕਾਦੀਆਂ 'ਚ ਹੀ ਰਹੂੰਗਾ। ਮੇਰੀ ਗੱਲ ਨਹੀਂ ਸਮਝਦੇ। ਮੈਂ ਉਹਨਾਂ ਨੂੰ ਇਹ ਸ਼ਰਤ ਤੇ ਥੋੜਾ ਆਇਆ। ਮੈਂ ਕੋਈ ਕਾਂਗਰਸ ਦੇ ਵਿੱਚ ਇਹ ਸ਼ਰਤ ਸੀਗੀ, ਬਟ ਬੀਜੇਪੀ ਸ਼ਰਤ ਨਹੀਂ ਹੈ ਕਿ ਕਾਦੀਆਂ ਸੀਟ ਦਊਂ। ਮੈਂ ਕਿਉਂ ਸ਼ਰਤ ਲਾ ਕੇ ਆਵਾਂਗਾ? ਜੇ ਮੇਰਾ ਕਿਤੇ ਵਰਥ ਹੋਊਗਾ, ਜੇ ਬੀਜੇਪੀ ਪਾਰਟੀ ਸੋਚੂਗੀ ਵੀ ਫਤਿਹ ਜੰਗ ਸਿੰਘ ਬਾਜਵਾ ਕਾਦੀਆਂ ਹੀ ਲੜਾਣਾ, ਤੇ ਮੈਂ ਕਾਦੀਆਂ ਤੋਂ ਲੜਾਂਗਾ। ਆਈ ਐਮ ਵੈਰੀ ਹੈਪੀ, ਆਈ ਐਮ ਫॉर द ਪੀਪਲ। ਮੈਂ ਤਾਂ ਸ੍ਰੀ ਹਰਗੋਬਿੰਦਪੁਰ ਲੋਕਾਂ ਨੂੰ ਇੱਕੋ ਗੱਲ ਕਹੀ ਸੀ ਜਦੋਂ ਮੈਂ ਉੱਥੇ ਗਿਆ ਸੀ ਵੀ ਲੋਗੋ, ਮੈਂ ਤੁਹਾਡੇ ਕੋ ਸਾਡਾ 9 ਮਾਸ ਦਾ ਰਿਸ਼ਤਾ ਹੈ, ਮੈਂ ਵੋਟ ਮੰਗਣ ਨਹੀਂ ਆਵਾਂਗਾ। ਔਰ ਅੱਜ ਵੀ ਮੈਂ ਸ੍ਰੀ ਹਰਗੋਬਿੰਦਪੁਰ ਦੇ ਲੋਕਾਂ ਦੀ ਸੇਵਾ, ਉੱਥੋਂ ਵੋਟ ਨਹੀਂ ਲੈਣੀ, ਪਰ ਮੈਂ ਸੇਵਾ ਕਰਦਾ। ਕਿਹੜੇ ਕਾਂਗਰਸੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ 'ਚ ਸ਼ਾਮਲ ਹੋ ਰਹੇ ਨੇ? ਹੈ ਲਿਸਟ ਕਿ ਬਸ ਹੁਣ ਕਲੋਜ਼ ਹੋ ਗਿਆ ਕਿ ਚੋਣਾਂ ਤੋਂ ਬਾਅਦ ਹੀ ਦੇਖਾਂਗੇ? ਦੇਖੋ, ਅਸੀਂ ਕੋਈ ਵੀ ਟੇਂਟਡ ਬੰਦਾ ਜਿਹੜਾ ਕਾਂਗਰਸ ਦਾ ਜਾਂ ਕਿਸੇ ਪਾਰਟੀ ਦਾ ਵੀ, ਇਨ ਟਰਮਸ ਟੇਂਟਡ ਜਿਹੜੇ ਕਰਪਟ ਨੇ ਜਾਂ ਜਿਹੜੇ ਜਿਨ੍ਹਾਂ ਦੀ ਕਾਫੀ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਹੈ, ਨਾਮ ਲੈ ਸਕਦੇ ਹੋ ਕੋਈ? ਤੁਹਾਡੇ ਕੋਲ ਤੇ ਜੇਬ 'ਚ ਲਿਸਟ ਪਈ ਹੈ ਸਾਰਿਆਂ ਦੀ। ਮੇਰੇ ਕੋਲ ਜੇਬ ਖਾਲੀ ਹੈਗੀ ਹੈ, ਬਾਜਵਾ ਸਾਹਿਬ ਨੇ ਤਿਆਰ ਕੀਤੀ ਹੋਊਗੀ, ਸਵੇਰੇ ਕੁੜਤੇ ਪਜਾਮੇ 'ਚ ਪਾਈ ਹੋਊਗੀ। ਇਹ ਤੁਹਾਡੀ ਜੇਬ 'ਚ ਸਭ ਕੁਝ ਹੀ ਹੈਗਾ। ਤੁਸੀਂ ਮੈਂ ਉਹ ਕਹਿੰਦਾ ਚੰਗਾ ਨਹੀਂ ਲੱਗਦਾ। ਇਹ ਹਰ ਬੰਦੇ ਨੂੰ ਆਪਣੇ ਬੈਂਸ ਭਰਾਵਾਂ ਨਾਲ ਕੀ ਅਲਾਈਅੰਸ ਹੋ ਸਕਦਾ? ਕਿਉਂਕਿ ਇਹ ਵੀ ਚਰਚਾ ਹੋਈ ਸੀ ਬੈਂਸ ਭਰਾਵਾਂ ਦੇ ਨਾਲ ਅਲਾਈਅੰਸ ਹੋ ਸਕਦਾ। ਪਾਰਟੀ ਸਭ ਕੁਝ ਦੇਖ ਸਕਦੀ ਹੈ ਕਿਤੋਂ। ਜੇਕਰ ਬੈਂਸ ਭਰਾਵਾਂ ਦੀ ਮਨਸ਼ਾ ਹੈ ਪੰਜਾਬ ਦੀ ਸੇਵਾ ਕਰਨ ਲਈ, ਤੇ ਕਿਉਂ ਨਹੀਂ? ਦੇ ਵਿੱਚ ਇਸ ਕੋਠੀ ਤੇ ਝੰਡਾ ਹੁਣ ਕਿਹੜਾ ਲੱਗੂਗਾ, ਬੀਜੇਪੀ ਦਾ ਜਾਂ ਫਿਰ ਕਾਂਗਰਸ ਦਾ? ਕਿਉਂਕਿ ਕਹਿੰਦੇ ਪਹਿਲਾਂ ਲਾਇਆ ਸੀ ਪਰ ਉਤਾਰਨਾ ਪੈ ਗਿਆ। ਨਹੀਂ, ਕਿਸੇ ਨੇ ਨਹੀਂ ਉਤਾਰਿਆ। ਬਾਰਿਸ਼ ਕਰਕੇ ਉਹ ਝੰਡਾ ਜਿਹੜਾ ਗਿੱਲਾ ਹੋਇਆ ਸੀ, ਤੇ ਚੜੇਗਾ ਪਰਚਮ ਜਗੇ, ਤੁਹਾਨੂੰ ਆਪੇ ਪਤਾ ਲੱਗੇ। ਬਹੁਤ ਬਹੁਤ ਧੰਨਵਾਦ। ਤਾਂ ਫਤਿਹ ਜੰਗ ਸਿੰਘ ਬਾਜਵਾ ਕਹਿ ਰਹੇ ਨੇ ਕਿ ਇਸ ਕੋਠੀ ਦੇ ਉੱਤੇ ਝੰਡਾ ਭਾਜਪਾ ਦਾ ਲੱਗੇਗਾ, ਕਮਲ ਦਾ ਲੱਗੇਗਾ। ਇਹ ਕੋਠੀ ਬਾਜਵਾ ਪਰਿਵਾਰ ਦੀ ਕੋਠੀ ਹੈ, ਜਿੱਥੇ ਦੋ ਭਰਾਵਾਂ ਦੀ ਸਿਆਸਤ ਇਸ ਵੇਲੇ ਬਣੀ ਹੋਈ ਨਜ਼ਰ ਆ ਰਹੀ ਹੈ। ਔਰ ਇਹ ਹੌਟ ਸੀਟ ਹੁਣ ਕਿਸ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਆਉਂਦੀ ਹੈ ਔਰ ਇਸ ਕੋਠੀ ਦੇ ਉੱਤੇ ਝੰਡਾ ਕਿਹੜੀ ਪਾਰਟੀ ਦਾ ਲੱਗਦਾ ਹੈ, ਇਹ ਫਤਵਾ ਲੋਕਾਂ ਨੇ 10 ਮਾਰਚ ਨੂੰ ਦੇ ਦੇਣਾ ਹੈ। ਕੈਮਰਾਮੈਨ ਗੁਰਸਿਮਰਨ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ,